ਪੁੱਛਗਿੱਛ ਦਾ ਜਿਹੜਾ ਦੂਸਰਾ ਰਾਉਂਡ ਆ ਉਹ ਹਜੇ ਐਸਆਈਟੀ ਦੇ ਵਿੱਚ ਬਾਦਲ ਸਾਹਿਬ ਤੋਂ ਦੁਬਾਰਾ ਵੀ ਹੋਰ ਕੋਈ ਕੁਐਸਚਨ ਪੁੱਛੇ ਜਾ ਸਕਦੇ ਆ, ਪਰ ਹਜੇ ਤੱਕ ਜਿਹੜੇ ਨੌਜਵਾਨਾਂ ਦੀਆਂ ਉੱਥੇ ਮੌਕੇ ਤੇ ਸ਼ਹੀਦੀਆਂ ਹੋਈਆਂ ਜਾਂ ਮੌਕੇ ਤੇ ਜਾਨਾਂ ਗਈਆਂ ਆ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਕੁਝ ਸਿਫਾਰਸ਼ਾਂ ਨੂੰ ਮੰਨ ਕੇ ਪੰਜਾਬ ਸਰਕਾਰ ਨੂੰ ਇਦਾਂ ਲੱਗ ਰਿਹਾ ਸੀ ਵੀ ਅਸੀਂ ਕੋਈ ਮਾਰਕਾ ਮਾਰ ਲਿਆ। ਹਿੱਟ ਦੀ ਰਿਪੋਰਟ ਕੁਝ ਵੀ ਆਵੇ ਪਰ ਪਹਿਲੀ ਮੀਟਿੰਗ ਆ ਉਹਨਾਂ ਦੀ, ਬੰਦਾ ਜਿਹੜਾ ਰਿਟਾਇਰਡ ਆ ਹੋਵੇ ਉਹ ਕੋਈ ਕਿੱਡਾ ਵੀ ਅਹੁਦੇਦਾਰ ਹੋਵੇ ਉਹਨੂੰ ਤੁਸੀਂ ਕਿਉਂ ਬਿਠਾਇਆ ਹੀ ਕਿਉਂ? ਸਾਬਕਾ ਮੁੱਖ ਮੰਤਰੀ ਨਾਲ ਉਹ ਕਰ ਰਹੇ ਨੇ ਇਨਕੁਆਇਰੀ ਤੇ ਇੱਕ ਵਾਧੂ ਬੰਦੇ ਨੂੰ ਬਿਠਾ ਕਿੱਦਾਂ ਸਕਦੇ ਹੋ? ਪੰਜਾਬ ਕਾਂਗਰਸ ਦੀ ਗੱਲ ਕਰਦੇ ਆ, ਕਾਟੋ ਕਲੇਸ਼ ਦੀ ਗੱਲ ਕਰਦੇ ਆ, ਇਹਨਾਂ ਦਾ ਜਿਹੜਾ ਕਲੇਸ਼ ਹੈ ਉਹ ਕੱਚੀ ਲੱਸੀ ਵਾਂਗੂ ਵੱਧਦਾ ਹੀ ਜਾਂਦਾ। ਪ੍ਰਗਟ ਸਿੰਘ ਉਹਨੇ ਵੀ ਇੱਕ ਗੱਲ ਕਹੀ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਨਹੀਂ ਹੈਗੇ, ਗੱਲ ਅਸੀਂ ਮੁੱਦੇ ਦੀ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਹੀ ਅਗਲਾ ਮਹੀਨਾ ਵੀ ਇਹ ਕੱਚੀ ਲੱਸੀ ਦੇ ਵਿੱਚ ਹੋਰ ਪਾਣੀ ਪੈਂਦਾ ਰਹੂਗਾ ਤੇ ਇਹ ਲੱਸੀ ਜਿਹੜੀ ਹੈ ਇਦਾਂ ਹੀ ਰਿੜਕ ਹੁੰਦੀ ਹੈ। ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਹਾਈ ਕਮਾਂਡ ਜਿਹੜੀ ਆ ਉਹ ਬਹੁਤ ਹੀ ਕਮਜ਼ੋਰ ਆ ਤੇ ਫੈਸਲਾ ਲੈਣ ਦੀ ਸਥਿਤੀ 'ਚ ਨਹੀਂ। ਸਾਰੇ ਭਾਰਤ ਦੇ ਵਿੱਚੋਂ ਹਾਈ ਕਮਾਂਡ ਵਿਹਲੀ ਹੋਈ ਆ। ਲੋਕਾਂ ਨੂੰ ਵਿਸ਼ਵਾਸ ਹੈ ਨਹੀਂ ਪ੍ਰਧਾਨ ਮੰਤਰੀ ਵੀ ਜੋ ਬੰਦਾ ਕਹਿੰਦਾ ਆ ਉਹ ਕਰਦਾ ਨਹੀਂਗਾ, ਜੋ ਕਰਦਾ ਆ ਉਹ ਕਿਸੇ ਨੂੰ ਦੱਸਦਾ ਨਹੀਂ। ਸਰਕਾਰਾਂ ਦਾ ਸਾਰਾ ਧਿਆਨ ਸਿਰਫ ਚੋਣਾਂ ਲੜਨ 'ਚ ਆ। ਇਹ ਚੋਣਾਂ ਜਿਹੜੀਆਂ ਆ ਲੋਕਾਂ ਨੇ ਵੋਟਾਂ ਤਾਂ ਹੀ ਪਾਉਣੀਆਂ ਜੇ ਲੋਕ ਤੁਹਾਡੀਆਂ ਨੀਤੀਆਂ ਤੋਂ, ਤੁਹਾਡੇ ਕੀਤੇ ਹੋਏ ਕੰਮਾਂ ਤੋਂ, ਪਿਛਲੇ 5 ਸਾਲ ਦੀ ਕਾਰਜਕਾਰੀ ਤੋਂ ਖੁਸ਼ ਹੋਣਗੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਵਲੀਨ ਕੌਰ ਜੱਸੜ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਹੋਣਗੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ, ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ, ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਕਲੇਸ਼ ਦੀ ਜਿਹੜਾ ਕਿ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ, ਤੇ ਪ੍ਰਧਾਨ ਮੰਤਰੀ ਵੱਲੋਂ ਲਿਖੇ ਗਏ ਇੱਕ ਲੇਖ ਦੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਖਦੇ ਮੁੱਦੇ ਨੇ ਜਿਹੜੇ ਅੱਜ ਸਟੂਡੀਓ 'ਚ ਬੈਠ ਕੇ ਉਹਨਾਂ ਦੇ ਨਾਲ ਵਿਚਾਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਿਲਗਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਵਲੀਨ ਜੀ ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ ਜੀ। ਉਹ ਮੁੱਦੇ ਤਾਂ ਤੁਸੀਂ ਲੈ ਆਏ ਆ, ਕਿਤੇ ਮੀਂਹ ਵੀ ਲੈ ਆਓ, ਕਿਤੇ ਗਰਮੀ ਬਹੁਤ ਵੱਧ ਗਈ ਹੁਣ। ਮੀਂਹ ਹਮੇਸ਼ਾ ਤੁਸੀਂ ਲੈ ਕੇ ਆਉਂਦੇ ਨੇ ਜਿੱਦਣ ਪ੍ਰੋਗਰਾਮ ਕਰਦੇ ਆ ਜੀ। ਪ੍ਰੋਗਰਾਮ ਦੀ ਸ਼ੁਰੂਆਤ ਬਿਲਗਾ ਸਰ ਤੁਹਾਡੇ ਤੋਂ ਕਰਦੇ ਆ ਜੀ। ਕੱਲ ਸਿੱਟ ਨੇ ਪ੍ਰਕਾਸ਼ ਸਿੰਘ ਬਾਦਲ ਤੋਂ 2.5 ਘੰਟੇ ਪੁੱਛਗਿੱਛ ਕੀਤੀ ਹੈ ਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੋਟਕਪੂਰਾ ਦਾ ਇਹ 2015 ਦਾ 307 ਦਾ ਮੁਕੱਦਮਾ ਆ, ਜਿਹਨੂੰ ਪਹਿਲਾਂ ਵੱਖ-ਵੱਖ ਕਮਿਸ਼ਨ ਵੀ ਬੜੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਆਪਣੀਆਂ ਰਿਪੋਰਟਾਂ ਦੇ ਚੁੱਕੇ ਆ। ਤੇ ਹੁਣ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਐਸਆਈਟੀ ਦੀ ਜਾਂਚ ਜਿਹੜੀ ਖਾਰਜ ਕਰ ਦਿੱਤੀ ਗਈ ਹਾਈ ਕੋਰਟ ਵੱਲੋਂ, ਉਹ ਜਾਂਚ ਖਾਰਜ ਹੋਣ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਹਾਈ ਕੋਰਟ ਨੇ ਨਵੀਂ ਇੱਕ ਸੈੱਟ ਬਣਾਈ ਆ, ਉਹਦੀ ਪਿਛਲੇ 1.5-2 ਮਹੀਨੇ ਤੋਂ ਜਾਂਚ ਜਿਹੜੀ ਉਹ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਵੱਖ-ਵੱਖ ਇਸ ਕੇਸ ਦੇ ਨਾਲ ਜੁੜੇ ਹੋਏ ਸਾਰੇ ਪਹਿਲੂਆਂ ਦੀ ਜਾਣਕਾਰੀ ਲੈਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਉੱਪਰ ਕੱਲ ਪੁੱਛਗਿੱਛ ਐਸਆਈਟੀ ਵੱਲੋਂ ਕੀਤੀ ਗਈ ਜੀ। ਸਭ ਤੋਂ ਵੱਡੀ ਗੱਲ ਉੱਥੇ ਲਗਭਗ 2.5 ਘੰਟੇ ਦੇ ਵਿੱਚ ਇੱਕ ਨਿਕਲ ਕੇ ਸਾਹਮਣੇ ਆਈ ਆ ਵੀ ਜੋ ਹਾਈ ਕੋਰਟ ਵੱਲੋਂ 2 ਅਧਿਕਾਰੀ ਨਿਯੁਕਤ ਕੀਤੇ ਗਏ ਆ ਤੇ ਉਹ ਉੱਥੇ ਹਾਜ਼ਰ ਸੀ, ਪਰ ਜਦੋਂ ਉੱਥੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਆ ਤੇ ਉੱਥੇ ਇੱਕ ਸ਼ਖਸ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧਾ ਸਵਾਲ ਕਰਦਾ ਵੀ ਬਾਦਲ ਸਾਹਿਬ ਜੀ ਉਸ ਵੇਲੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ? ਤੇ ਬਾਦਲ ਸਾਹਿਬ ਦਾ ਜਿੱਦਾਂ ਕਿ ਆਪਾਂ ਦੇਖਿਆ ਸੁਭਾਅ ਆ ਜੀ, ਤੇ ਉਹਨਾਂ ਦੇ ਜਵਾਬ ਦੇਣ ਤੋਂ ਪਹਿਲਾਂ ਪੁੱਛਦੇ ਕਾਕਾ ਜੀ ਤੁਸੀਂ ਕੌਣ ਹੋ? ਤੇ ਉਹਨਾਂ ਨੇ ਕਿਹਾ ਜੀ ਮੈਂ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ। ਤੇ ਉਹਨਾਂ ਦਾ ਜਵਾਬ ਮੋਰਿਓ ਇਹ ਸੀ ਵੀ ਕਾਕਾ ਜੀ ਜਿਹੜੀ ਐਸਆਈਟੀ ਬਣੀ ਆ ਉਹਦੇ ਵਿੱਚ ਤਾਂ ਤੁਸੀਂ ਮੈਂਬਰ ਨਹੀਂ ਗਏ। ਬਿਲਕੁਲ। ਤੇ ਉਸੇ ਵੇਲੇ ਉਹਦੀ ਹਾਲਤ ਉੱਥੇ ਜਿਹੜੇ ਸੈੱਟ ਦੇ ਦੂਜੇ ਮੈਂਬਰ ਸੀ ਉਹਨਾਂ ਦੀ ਵੀ ਪਤਲੀ ਹੋ ਗਈ ਤੇ ਵਿਜੇ ਸਿੰਗਲਾ ਦੀ ਵੀ ਪਤਲੀ ਹੋ ਗਈ। ਉਸ ਤੋਂ ਬਾਅਦ ਵਿਜੇ ਸਿੰਗਲਾ ਬੈਠੇ ਤਾਂ ਉੱਥੇ ਰਹੇ ਪਰ ਬੋਲੇ ਕੁਛ ਨਹੀਂ ਪਏ। ਜਿਹੜੇ ਦੂਸਰੇ ਮੈਂਬਰ ਜਿਹੜੇ ਸੈੱਟ ਦੇ ਸੀ ਉਹ LK ਯਾਦਵ ਤੇ ਰਕੇਸ਼ ਅਗਰਵਾਲ ਜੀ, ਉਹਨਾਂ ਨੇ ਲਗਭਗ 2.5 ਘੰਟੇ ਦੇ ਨੇੜੇ ਤੇੜੇ ਦੀ ਪੁੱਛਗਿੱਛ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇਸ ਕੋਟਕਪੂਰਾ ਦੇ 307 ਦੇ ਮੁਕੱਦਮੇ ਦੇ ਮੁਤਲਕ ਕੀਤੀ। ਖਬਰਾਂ ਨਿਕਲ ਕੇ ਆ ਰਹੀਆਂ ਆ ਕਿ ਪੁੱਛਗਿੱਛ ਜਿਹੜੀ ਆ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਐਸਆਈਟੀ ਦੇ ਮੈਂਬਰਾਂ ਨੂੰ ਕਾਫੀ ਕੋਆਪਰੇਟ ਕੀਤਾ ਆ ਤੇ ਜਿੰਨੀ ਕੁ ਜਾਣਕਾਰੀ ਉਹਨਾਂ ਨੇ ਮੰਗੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਆ।
ਤੇ ਕਿਤੇ ਨਾ ਕਿਤੇ ਇਹ ਵੀ ਪਤਾ ਲੱਗ ਰਿਹਾ ਵੀ ਕੁਝ ਗੱਲਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕਾਕਾ ਜੀ ਮੈਨੂੰ ਹੁਣ ਯਾਦ ਨਹੀਂ, ਇਦਾਂ ਦੀ ਗੱਲ ਵੀ ਨਿਕਲ ਕੇ ਆ ਰਹੀ ਆ। ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੀ, ਪਰ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੇ ਬਿਆਨ ਆਏ ਆ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਕਾਂਗਰਸ ਜਿਹੜੀ ਆ ਉਹ ਇਸ ਮੁੱਦੇ ਤੇ ਆਣ ਕੇ ਰਾਜਨੀਤੀ ਕਰ ਰਹੀ ਆ, ਉਹ ਜਾਂਚ ਨਹੀਂ ਕਰਨਾ ਚਾਹੁੰਦੀ ਵੀ ਰਾਜਨੀਤੀ ਕਰ ਰਹੀ ਆ। ਤੇ ਜਿਹੜਾ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਜੋ ਰਿਟਾਇਰਡ ਆ, ਉਹਦਾ ਉਸ ਐਸਆਈਟੀ ਦੀ ਜਾਂਚ ਦੇ ਮੌਕੇ ਉੱਥੇ ਬੈਠਣਾ ਉਹ ਵੀ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਹੈ। ਤੇ ਜਿਵੇਂ ਕਿ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਤੇ ਹਮੇਸ਼ਾ ਇਸ ਗੱਲ ਦੇ ਇਲਜ਼ਾਮ ਲਾਏ ਸੀ ਕਿ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜਿਹੜੀ ਆ ਬਹਿਬਲ ਕੋਟਕਪੂਰਾ ਜਾਂ ਬਰਗਾੜੀ ਦੀ ਮੁਕੱਦਮੇ ਦੀ ਜਾਂਚ ਹੋ ਰਹੀ ਆ। ਇਸੇ ਤਰ੍ਹਾਂ ਹੀ ਹੁਣ ਵੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਜਾਂ ਕਾਂਗਰਸ ਜਿਹੜੀ ਆ ਉਹ ਇਸ ਜਾਂਚ ਦੇ ਵਿੱਚੋਂ 2022 ਦੀ ਇਲੈਕਸ਼ਨ ਜਿੱਤਣ ਦੇ ਮਨਸੂਬੇ ਆਪਣੇ ਕਾਇਮ ਕਰਨਾ ਚਾਹੁੰਦੀ ਆ ਜਾਂ ਆਪਣੇ ਮਨਸੂਬਿਆਂ 'ਚ ਕਾਮਯਾਬ ਹੋਣਾ ਚਾਹੁੰਦੀ ਆ। ਜਾਂਚ ਜਿਹੜੀ ਆ ਉਹ ਇੱਕ ਵੱਖਰਾ ਵਿਸ਼ਾ ਆ, 2022 ਦੀ ਇਲੈਕਸ਼ਨ ਉਹ ਵੱਖਰਾ ਵਿਸ਼ਾ ਆ। ਪਰ ਆਮ ਲੋਕ ਜਿਹੜੇ ਪੰਜਾਬ ਦੇ ਆ ਉਹ ਅੱਜ ਵੀ ਚਾਹੁੰਦੇ ਆ ਵੀ ਇਹ ਜਿਹੜਾ ਬਹੁਤ ਵੱਡਾ 2015 ਦੇ ਵਿੱਚ ਘਟਨਾਕ੍ਰਮ ਵਾਪਰਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਵੱਖ-ਵੱਖ ਮੁੱਦਿਆਂ ਦੇ ਉੱਪਰ ਆਣ ਕੇ ਜਦੋਂ ਵੀ ਕੋਈ ਜਾਂਚ ਕਮਿਸ਼ਨ ਬਣਿਆ ਤਾਂ ਹਜੇ ਤੱਕ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨੂੰ ਉਸ ਵੇਲੇ ਬਹੁਤ ਵੱਡਾ ਇੱਕ ਠੇਸ ਲੱਗੀ ਸੀ, ਉਹਦਾ ਹਜੇ ਤੱਕ ਕੋਈ ਵੀ ਜਾਂਚ ਕਮਿਸ਼ਨ, ਕੋਈ ਐਸਆਈਟੀ ਹਜੇ ਤੱਕ ਲੋਕਾਂ ਨੂੰ ਕੋਈ ਇਨਸਾਫ ਨਹੀਂ ਦੇ ਸਕੀ। ਉਹਦਾ ਹਿੱਸਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਪਰਮਰਾਜ ਉਮਰਾ ਨੰਗਲ, ਸੁਮੇਧ ਸੈਣੀ ਜੀ ਤੇ ਸ਼ਰਮਾ ਜੀ ਜਿਹੜੇ ਉੱਥੇ ਐਸਐਸਪੀ ਸੀਗੇ, ਚਰਨਜੀਤ ਸ਼ਰਮਾ, ਉਹਨਾਂ ਦੀ ਵੀ ਹਜੇ ਬਾਰੀ ਆਣੀ ਆ। ਪਰ ਹਜੇ ਜਿਹੜਾ ਪਤਾ ਲੱਗਾ ਆ ਕਿ ਉਹਨਾਂ ਨੇ ਹਜੇ ਤੱਕ ਪੇਸ਼ੀ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ। ਤੇ ਇਹ ਵੀ ਖਬਰਾਂ ਨਿਕਲ ਕੇ ਆ ਰਹੀਆਂ ਕਿ ਲਗਭਗ 80 ਤੋਂ ਉੱਪਰ ਦੇ ਪ੍ਰਸ਼ਨ ਸੀ ਉਹਨਾਂ ਦੇ, ਜਿਹੜੀ ਉਹਨੇ ਇਨਕੁਆਇਰੀ ਦੇ ਵਿੱਚ ਉਹਨਾਂ ਦੇ ਕੁਐਸਚਨ ਸੀਗੇ, ਤੇ ਜਿਹਦੀ ਕਿ ਹਜੇ ਬਹੁਤ ਵੱਡੇ ਪੱਧਰ ਤੇ ਹਜੇ ਵੀ ਉਹ ਲੱਗਦਾ ਆ ਵੀ ਇਹ ਪੁੱਛਗਿੱਛ ਦਾ ਜਿਹੜਾ ਦੂਸਰਾ ਰਾਊਂਡ ਆ ਉਹ ਹਜੇ ਐਸਆਈਟੀ ਦੇ ਵਿੱਚ ਬਾਦਲ ਸਾਹਿਬ ਤੋਂ ਦੁਬਾਰਾ ਵੀ ਹੋਰ ਕੋਈ ਕੁਐਸਚਨ ਪੁੱਛੇ ਜਾ ਸਕਦੇ ਆ। ਤੇ ਅਖੀਰ ਤੱਕ ਵੀ ਉਹਨਾਂ ਨੇ ਇਸ ਗੱਲ ਨੂੰ ਬਹੁਤ ਬਰੀਕੀ ਦੇ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੋਲੀ ਦੇ ਆਦੇਸ਼ ਜਿਹੜੇ ਆ ਉਹ ਕਿਹਨੇ ਦਿੱਤੇ ਸੀ। ਤੇ ਉਹ ਕਦੀ ਐਸਡੀਐਮ ਦਾ ਵੀ ਨਾਂ ਆ ਰਿਹਾ ਵੀ ਉਸ ਲੋਕਲ ਐਸਡੀਐਮ ਨੇ ਅਥਰੂ ਗੈਸ ਦੇ ਗੋਲਿਆਂ ਦਾ ਆਰਡਰ ਦਿੱਤਾ ਆ ਤੇ ਹਵਾਈ ਫਾਇਰ ਦਾ ਆਰਡਰ ਦਿੱਤਾ ਆ। ਪਰ ਹਜੇ ਤੱਕ ਜਿਹੜੇ ਨੌਜਵਾਨਾਂ ਦੀਆਂ ਉੱਥੇ ਮੌਕੇ ਤੇ ਸ਼ਹੀਦੀਆਂ ਹੋਈਆਂ ਜਾਂ ਮੌਕੇ ਤੇ ਜਾਨਾਂ ਗਈਆਂ ਆ, ਉਹਨਾਂ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਹ ਲਗਭਗ 1.5 ਸਾਲ ਦਾ ਸਮਾਂ ਪਹਿਲੀ ਅਕਾਲੀ ਸਰਕਾਰ ਦਾ ਵੀ ਲੰਘ ਗਿਆ ਤੇ 4.5 ਸਾਲ ਦਾ ਸਮਾਂ ਇਸ ਕਾਂਗਰਸ ਸਰਕਾਰ ਦਾ ਵੀ ਲੰਘ ਗਿਆ। ਇਹਨਾਂ ਦੋਨਾਂ ਸਰਕਾਰਾਂ ਨੇ ਹਜੇ ਤੱਕ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹਨੂੰ ਸਮਝਦੇ ਹੋਏ ਹਜੇ ਤੱਕ ਇਨਸਾਫ ਦੀ ਤੱਕੜੀ ਫੜ ਕੇ ਇਨਸਾਫ ਹਜੇ ਤੱਕ ਕਾਗਜ਼ੀ ਪੱਤਰੀ ਕੋ ਕੀਤਾ ਨਹੀਂਗਾ। ਹਜੇ ਉਹਨਾਂ ਕੇਸਾਂ ਨੂੰ ਹਜੇ ਰਾਜਨੀਤੀ ਦੇ ਵਿੱਚ ਹੀ ਘੁੰਮਣ ਘੇਰੀ 'ਚ ਪਾਇਆ ਹੋਇਆ। ਤੇ ਜਦੋਂ ਇਹ ਕੋਈ ਇਨਸਾਫ ਦੀ ਵਧੀਆ ਲੋਕਾਂ ਵਿੱਚ ਮਿਸਾਲ ਪੇਸ਼ ਕਰਕੇ ਕੋਰਟ ਦੇ ਵਿੱਚ ਇਹ ਜਿਹੜੀਆਂ ਐਸਆਈਟੀ ਦੀਆਂ ਰਿਪੋਰਟਾਂ ਪੇਸ਼ ਹੋਣਗੀਆਂ, ਉਸ ਤੋਂ ਬਾਅਦ ਅਦਾਲਤ ਦੇਖਦੇ ਆ ਕਿ ਕੀ ਫੈਸਲਾ ਦਿੰਦੀ। ਜੀ ਸ਼ਰਮਾ ਜੀ, ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ, ਗੱਲ ਕਰਦੇ ਹਾਂ 6ਵੇਂ ਪੇ ਕਮਿਸ਼ਨ ਦੀ, ਜਿਹਦੇ ਵਿੱਚ ਕੁਝ ਸਿਫਾਰਸ਼ਾਂ ਨੂੰ ਮੰਨ ਕੇ ਪੰਜਾਬ ਸਰਕਾਰ ਨੂੰ ਇਦਾਂ ਲੱਗ ਰਿਹਾ ਸੀ ਵੀ ਅਸੀਂ ਕੋਈ ਮਾਰਕਾ ਮਾਰ ਲਿਆ, ਪਰ ਹੁਣ ਸੁਣਿਆ ਕਿ ਮੁਲਾਜ਼ਮਾਂ ਨੇ ਇਹਨੂੰ ਮੁੱਢੋਂ ਹੀ ਰੱਦ ਕਰਤਾ। ਸਵਲੀਨ ਜੀ, ਗੱਲ ਅਸੀਂ ਪੇ ਕਮਿਸ਼ਨ ਦੀ ਕਰੀਏ ਜਾਂ ਪੰਜਾਬ ਕਾਂਗਰਸ ਦੀ ਸ਼ੁਰੂ ਕਰੀਏ, ਉਸ ਤੋਂ ਪਹਿਲਾਂ ਮੈਂ ਬਿਲਗਾ ਜੀ ਦੀ ਗੱਲ 'ਚ ਇੱਕ ਛੋਟੀ ਜਿਹੀ ਗੱਲ ਐਡ ਕਰਨੀ ਚਾਹੁੰਦਾ। ਜਿੰਨਾ ਮਹੱਤਵਪੂਰਨ ਇਹ ਮੁੱਦਾ ਆ, ਜਿੰਨਾ ਰੌਲਾ ਇਸ ਮੁੱਦੇ ਤੇ ਹੁਣ ਤੱਕ ਪੰਜਾਬ 'ਚ ਪੈ ਚੁੱਕਾ, ਜੇ ਅਸੀਂ ਕਹੀਏ ਬਹੁਤ ਸਾਰੇ ਹੋਰ ਵੀ ਮਸਲੇ ਸੀ, ਪਰ ਪਿਛਲੀ ਸਰਕਾਰ ਜਿਹੜੀ ਆ ਇਸ ਮੁੱਦੇ ਕਰਕੇ ਹੀ ਗਈ ਸੀ। ਅਕਾਲੀ ਦਲ ਨੇ ਆਪਣੀ ਸਰਕਾਰ ਗਵਾਈ ਸੀ ਇਸ ਮੁੱਦੇ ਕਰਕੇ, ਡੇਰੇ ਵਾਲੇ ਸਾਧ ਨੂੰ ਮਾਫੀ ਦੇਣ ਕਰਕੇ ਤੇ ਉੱਥੇ ਬਰਗਾੜੀ ਤੇ ਬਹਿਬਲ ਕਲਾਂ ਦੇ ਵਿੱਚ ਜਾਂ ਕੋਟਕਪੂਰਾ ਦੇ ਵਿੱਚ ਜੋ ਕੁਝ ਵੀ ਹੋਇਆ। ਪੰਜਾਬ ਸਰਕਾਰ ਨੇ ਸਿੱਟ ਬਣਾਈ, ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਕਿ ਜਿਹੜਾ ਅਸੀਂ ਇਸ ਮੁੱਦੇ ਨੂੰ ਇਨਸਾਫ ਦਿਵਾਵਾਂਗੇ। ਸਹੁੰਆਂ ਖਾਧੀਆਂ ਗਈਆਂ, ਸਾਰੇ ਲੀਡਰ ਜਿਹੜੇ ਸੀਗੇ ਕਾਂਗਰਸ ਦੇ ਵੱਡੇ ਵੱਡੇ ਲੀਡਰ, ਚਾਹੇ ਉਹ ਬਾਜਵਾ ਸੀ, ਚਾਹੇ ਰੰਧਾਵਾ ਜੀ ਸੀ, ਚਾਹੇ ਸਿੱਧੂ ਸੀ, ਇਹਨਾਂ ਨੇ ਕੈਪਟਨ ਤੋਂ ਮੰਗਿਆ ਕਿ ਤੁਸੀਂ ਮੁੱਖ ਮੰਤਰੀ ਆ, ਤੁਸੀਂ ਪੰਜਾਬ ਦੇ ਰਾਜੇ ਆ ਤੇ ਤੁਸੀਂ ਇਸ ਮਸਲੇ ਦੇ ਵਿੱਚ ਇਨਸਾਫ ਦਿਵਾਓ ਤੇ ਲੋਕ ਤੁਹਾਨੂੰ ਕੀ ਕਹਿਣਗੇ। ਉਹ ਸਾਰਾ ਕੁਝ ਅਸੀਂ ਦੇਖਿਆ, ਭਾਵਨਾਵਾਂ ਦੀ ਲੋਕਾਂ ਦੇ ਨਾਲ ਤਮਾਸ਼ਾ ਹੋਇਆ। ਬਾਅਦ ਵਿੱਚ ਹਾਈ ਕੋਰਟ ਨੇ ਉਹ ਸਿੱਟ ਰੱਦ ਕਰ ਦਿੱਤੀ। ਇਲੈਕਸ਼ਨ ਦਾ ਦੌਰ ਜਿਹੜਾ ਹੈ ਉਹ ਬਿਲਕੁਲ ਪੰਜਾਬ 'ਚ ਸ਼ੁਰੂ ਹੋ ਚੁੱਕਾ। ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਆ ਪੱਤੇ ਆ ਉਹ ਖੇਲਣੇ ਸ਼ੁਰੂ ਕਰ ਦਿੱਤੇ। ਮਹੀਨਿਆਂ ਤੋਂ ਬਾਅਦ ਗੱਲ ਦਿਨਾਂ ਤੇ ਆ ਜਾਣੀ ਹੈ। ਇੰਨਾ ਸੰਜੀਦਾ ਮੁੱਦਾ ਹੋਣ ਦੇ ਬਾਵਜੂਦ, ਦੂਸਰੀ ਵਾਰ ਇੱਕ ਜਾਂਚ ਦੇ ਬਾਵਜੂਦ, ਇੱਕ ਤੀਸਰਾ ਬੰਦਾ ਜਿਹੜਾ ਉਸ ਸਿੱਟ ਦਾ ਮੈਂਬਰ ਨਹੀਂ ਆ ਉਹ ਕਿਉਂ ਬਿਠਾਇਆ ਗਿਆ? ਗੱਲ ਮੈਂ ਇਹ ਸਵਾਲ ਅਕਾਲੀ ਦਲ ਵੱਲੋਂ ਨਹੀਂ ਕਰ ਰਿਹਾ, ਮੈਂ ਇਹ ਸਵਾਲ ਇੱਕ ਜਰਨਲਿਸਟ ਜਾਂ ਇੱਕ ਆਮ ਨਾਗਰਿਕ ਦੇ ਤੌਰ ਤੇ ਕਰ ਰਿਹਾ ਵੀ ਕੀ ਸਰਕਾਰ ਫੇਰ ਇਸ ਸਿੱਟ ਨੂੰ ਘੱਟੇ 'ਚ ਪਾਉਣਾ ਚਾਹੁੰਦੀ ਆ? ਅਕਾਲੀ ਦਲ ਤੇ ਸਵਾਲ ਪੁੱਛੂਗੀ ਕੱਲ ਨੂੰ ਜਦੋਂ ਇਸ ਸਿੱਟ ਦੀ ਰਿਪੋਰਟ ਜਾਊਗੀ ਕੋਰਟ 'ਚ, ਤੇ ਸਵਾਲ ਫਿਰ ਉੱਥੇ ਇਹੀ ਆਉਣਾ ਵੀ ਉਹ ਬੰਦਾ ਕਿਉਂ ਸੀ। ਅਕਾਲੀ ਦਲ ਨੇ ਇਹ ਵੀ ਸਵਾਲ ਪੁੱਛਿਆ ਕਿ ਬਾਦਲ ਸਾਹਿਬ ਕੋਲ Z+ ਸਿਕਿਉਰਿਟੀ ਆ, ਤੇ ਜਦੋਂ ਉਹ ਬੰਦਾ ਇੱਕ ਬਾਹਰੋਂ ਆਇਆ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ।
ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਿੱਟ ਨੂੰ ਜਿਹੜੇ ਆ ਪਿੱਛੇੋਂ ਪੰਜਾਬ ਸਰਕਾਰ ਕਮਾਂਡ ਕਰ ਰਹੀ ਹੈ। ਚਲੋ ਉਹ ਰਾਜਸੀ ਉਹ ਵਾਅਦੇ ਨੇ, ਰਾਜਨੀਤਿਕ ਕੀ ਕਹਿ ਸਕਦੇ ਉਹਨਾਂ ਨੂੰ ਤੁਸੀਂ, ਦੋਸ਼ ਨੇ, ਰਾਜਨੀਤਿਕ ਦੋਸ਼ ਉਹਨਾਂ ਤੇ ਲਾਏ ਨੇ ਜਾਂ ਬਿਆਨ ਦਿੱਤੇ ਨੇ। ਪਰ ਇੰਨੀ ਸੰਜੀਦਾ ਮਾਮਲੇ ਦੇ ਵਿੱਚ ਇੱਕ ਏਡੀ ਗੈਰ ਸੰਜੀਦਗੀ ਕਰ ਦੇਣੀ, ਇੱਕ ਬੰਦਾ ਜਿਹੜਾ ਰਿਟਾਇਰਡ ਆ ਹੋਵੇ, ਉਹ ਕੋਈ ਕਿੱਡਾ ਵੀ ਅਹੁਦੇਦਾਰ ਹੋਵੇ, ਉਹਨੂੰ ਤੁਸੀਂ ਕਿਉਂ ਬਿਠਾਇਆ ਹੀ ਕਿਉਂ? ਬਿਲਕੁਲ। ਕੀ ਤੁਹਾਡੀ ਨੀਤ ਨਹੀਂ ਹਾਲੇ ਤੱਕ ਵੀ ਸਾਫ਼? ਜਿੰਨਾ ਕੁਝ ਪੰਜਾਬ ਸਰਕਾਰ ਚੱਲ ਰਹੀ ਆ ਇਸ ਮੁੱਦੇ ਨੂੰ ਲੈ ਕੇ, ਉਹਨਾਂ ਦੇ ਅੰਦਰਲੇ ਜੋ ਕਾਟੋ ਕਲੇਸ਼ ਪਿਆ ਹੋਇਆ, ਜਿਹਦੀ ਅਸੀਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ, ਤੁਸੀਂ ਵੀ ਦੱਸਿਆ ਕਿ ਇਹ ਕਾਟੋ ਕਲੇਸ਼ ਮੁੱਕ ਹੀ ਨਹੀਂ ਰਿਹਾ। ਇਹ ਰਾਜਨੀਤੀ ਦੇ ਦੋਸ਼ ਨੇ ਇਹ ਸਾਰੀਆਂ ਚੀਜ਼ਾਂ। ਇਹ ਤੋਂ ਜਾਪਦਾ ਆ ਕਿ ਸਰਕਾਰ ਹਾਲੇ ਵੀ ਇਸ ਗੱਲ ਨੂੰ ਲੈ ਕੇ ਸੰਜੀਦਾ ਨਹੀਂ ਹੈਗੀ। ਸਿੱਟ ਦੀ ਰਿਪੋਰਟ ਕੁਝ ਵੀ ਆਵੇ, ਪਰ ਪਹਿਲੀ ਮੀਟਿੰਗ ਆ ਉਹਨਾਂ ਦੀ ਸਾਬਕਾ ਮੁੱਖ ਮੰਤਰੀ ਨਾਲ, ਉਹ ਕਰ ਰਹੇ ਨੇ ਇਨਕੁਆਇਰੀ, ਤੇ ਇੱਕ ਵਾਧੂ ਬੰਦੇ ਨੂੰ ਬਿਠਾ ਕਿੱਦਾਂ ਸਕਦੇ ਹੋ ਅੰਦਰ? ਇਹਨੂੰ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਉਹ ਗਲਤੀ ਨਾ ਹੋ ਗਿਆ। ਸੋਚਿਆ ਸਮਝਿਆ ਸੀ ਸਾਰਾ। ਬਿਲਕੁਲ, ਉਹਦੇ ਚ ਜੋ ਵੀ ਸਾਹਮਣੇ ਨਿਕਲ ਕੇ ਆਊਗਾ ਉਹ ਬਾਅਦ ਦੀ ਗੱਲ ਹੈ, ਪਰ ਇਹ ਗੱਲ ਇਹ ਆ ਕਿ ਸਰਕਾਰਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਿਲਕੁਲ ਸੰਜੀਦਾ ਨਹੀਂ ਹਨ। ਦੂਜੀ ਧਿਰ ਸਵਲੀਨ ਜੀ, ਜਦੋਂ ਕੋਰਟ ਵਿੱਚ ਇਹ ਰਿਪੋਰਟ ਜਾਣੀ ਆ, ਉੱਥੇ ਜਾ ਕੇ ਦੂਜੀ ਧਿਰ ਇਸ ਗੱਲ ਦਾ ਲਾਹਾ ਚੱਕ ਸਕਦੀ ਆ। ਬਿਲਕੁਲ, ਵੀ ਜਿਵੇਂ ਕੁੰਵਰ ਵਿਜੇ ਪ੍ਰਤਾਪ ਦੀ ਸੈੱਟ ਦੇ ਵਿੱਚ ਕਮੀਆਂ ਪੇਸ਼ੀਆਂ ਕੱਢ ਕੇ ਸਾਰੀ ਰਿਪੋਰਟ ਖਾਰਜ ਕਰ ਦਿੱਤੀ ਗਈ ਆ, ਤੇ ਇਹ ਜਿਹੜੀ ਘਟਨਾ ਵਾਪਰੀ ਆ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਵਾਲੀ, ਇਹ ਹੁਣ ਰਿਕਾਰਡਡ ਆ ਵੀ ਉਹ ਬੰਦਾ ਉੱਥੇ ਮੌਜੂਦ ਸੀ। ਕੱਲ ਨੂੰ ਦੂਜੀ ਧਿਰ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗਣੇ ਆ, ਤੇ ਸੈੱਟ ਜਿਹੜੀ ਉਹ ਹਾਈ ਕੋਰਟ ਵੱਲੋਂ ਬਣਾਈ ਗਈ, ਨਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ। ਨਾਲੇ ਜਦੋਂ ਹਾਈ ਕੋਰਟ ਨੇ ਸਿੱਟ ਬਣਾਈ ਸੀ, ਉਦੋਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕਿਸੇ ਦੂਜੇ ਦੀ ਇੰਟਰਫੇਰੈਂਸ ਨਹੀਂ ਹੋਊਗੀ, ਈਵਨ ਕਿ ਮੀਡੀਆ ਦੀ ਵੀ ਨਹੀਂ ਹੋਊਗੀ। ਪੰਜਾਬ ਸਰਕਾਰ ਨੂੰ ਜਿਹੜੀ ਰਿਪੋਰਟ ਬਣਨੀ ਉਹ ਸਿੱਧੀ ਡਾਇਰੈਕਟ ਹਾਈ ਕੋਰਟ 'ਚ ਜਾਣੀ ਆ, ਨਾ ਕਿ ਪੰਜਾਬ ਸਰਕਾਰ। ਜੀ ਬਿਲਕੁਲ ਸਾਹਿਬ, ਪੰਜਾਬ ਸਰਕਾਰ ਨੂੰ ਯਾਦ ਹੋਣਾ ਜਦੋਂ ਪਹਿਲੀ ਸਿੱਟ ਦੀ ਇਨਕੁਆਇਰੀ ਲਈ ਪੁੱਛਤਾਛ ਲਈ ਕੁੰਵਰ ਵਿਜੇ ਪ੍ਰਤਾਪ ਚੱਲ ਗਏ ਸੀ, ਤੇ ਬਾਦਲ ਸਾਹਿਬ ਨੇ ਮਨਾ ਕਰਤਾ ਸੀ, ਕਹਿੰਦੇ ਬਾਕੀ ਬੰਦੇ ਵੀ ਲੈ ਕੇ ਆਓ, ਤੇ ਨਹੀਂ ਤੇ ਉਹਨਾਂ ਦੇ ਦਸਖਤ ਲੈ ਕੇ ਆਓ। ਬਿਲਕੁਲ। ਸੋ ਤੁਸੀਂ ਜਿਸ ਬੰਦੇ ਕੋਲ ਜਾ ਰਹੇ ਆ, ਉਹਨੂੰ ਜਿੰਨੀ ਨੌਲੇਜ ਆ ਪੰਜਾਬ ਬਾਰੇ, ਤੇ ਜਿੰਨੀਆਂ ਉਹ ਗੱਲਾਂ ਜਾਣਦਾ, ਤੇ ਜਿੰਨੇ ਉਹ ਤੁਹਾਨੂੰ ਸਵਾਲ ਦੇ ਸਕਦਾ, ਜੇ ਜਿੰਨੇ ਜਵਾਬ ਦੇ ਸਕਦਾ, ਤੁਸੀਂ ਇਦਾਂ ਦੀਆਂ ਗਲਤੀਆਂ ਨਹੀਂ ਕਰ ਸਕਦੇ। ਤੇ ਹਾਈ ਕੋਰਟ ਨੇ ਇਹ ਵੀ ਤੇ ਕਿਹਾ ਨਾ, ਜਿੰਨੇ ਵੀ ਸਿੱਟ ਦੇ ਮੈਂਬਰ ਆ ਸਾਰਿਆਂ ਦੇ ਦਸਤਖਤ ਹੋਣੇ ਚਾਹੀਦੇ ਰਿਪੋਰਟ ਤੇ, ਤੇ ਇਹ ਤੇ ਪਰ ਨਵਾਂ ਬੰਦਾ ਨਾਲ ਲੈ ਕੇ ਬੰਦਾ ਇੱਕ ਹੋਰ ਬਿਠਾ ਹਾਂ ਬਿਲਕੁਲ। ਇਹ ਜਿਹੜੀਆਂ ਚੀਜ਼ਾਂ ਆ, ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ ਸਾਰੀ ਉਮਰ, ਜਿੰਨੀ ਇਹਨਾਂ ਦੀ ਨੌਕਰੀ ਜਾਂ ਉਮਰ ਨਹੀਂ ਹੋਣੀ ਹੈਗੀ, ਜਿੰਨੀ ਉਸ ਬੰਦੇ ਦੀ ਰਾਜਨੀਤੀ ਦੇ ਵਿੱਚ ਉਮਰ ਨਾ ਗਈ। ਬਹੁਤ ਵੱਡਾ ਉਸ ਬੰਦੇ ਦਾ ਜ਼ਿੰਦਗੀ ਦਾ ਤਜਰਬਾ, ਇਦਾਂ ਦੇ ਅਫਸਰ ਕਿੰਨੇ ਕੁ ਉਹਦੀ ਜ਼ਿੰਦਗੀ ਦੇ ਵਿੱਚ ਵਾਹ ਵਾਸਤਾ ਰਿਹਾ ਆ। ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਗੱਲ ਦਾ ਪਤਾ ਸੀ ਵੀ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਕੀ ਆ, ਤੇ ਇੱਥੇ ਬੰਦੇ ਕਿਹੜੇ ਹਾਜ਼ਰ ਹੋਏ ਆ। ਇਹ ਕਿਤੇ ਨਾ ਕਿਤੇ ਸੈੱਟ ਫੇਰ ਇਦਾਂ ਦਾ ਰਾਸਤਾ ਜਿਹੜਾ ਆ, ਉਹ ਲੋਕਾਂ ਨੂੰ ਸ਼ੰਕੇ ਆ ਕੱਲ ਦੇ ਵੀ ਸੈੱਟ ਇਦਾਂ ਦਾ ਰਾਸਤਾ ਤਿਆਰ ਕਰ ਰਹੀ ਆ ਵੀ ਇਹ ਜਦੋਂ ਇਲੈਕਸ਼ਨ ਦੇ ਨੇੜੇ ਜਾ ਕੇ ਇਹ ਵੀ ਰਿਪੋਰਟ ਦੇ ਵਿੱਚ ਕੋਈ ਕਮੀਆਂ ਨਿਕਲ ਜਾਣ, ਤੇ ਜਿਹੜੀ ਹਾਈ ਕੋਰਟ ਇਹ ਸੈੱਟ ਦੇ ਉੱਤੇ ਫੇਰ ਆਪਣਾ ਕੋਈ ਅਚੰਭੇ ਵਾਲਾ ਫੈਸਲਾ ਦੇ ਸਕਦੀ। ਬਿਲਕੁਲ। ਸ਼ਰਮਾ ਜੀ, ਹੁਣ ਪੇ ਕਮਿਸ਼ਨ ਤੇ ਆ ਕੇ ਗੱਲ ਕਰਦੇ ਹਾਂ। ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਪੇ ਕਮਿਸ਼ਨ ਦੀ, ਜਿਹੜਾ ਪੰਜਾਬ ਸਰਕਾਰ ਨੇ ਮਾਰਕਾ ਮਾਰਿਆ, ਤੇ ਜਿਹੜੇ ਮੁਲਾਜ਼ਮ ਨੇ ਉਹ ਨਾਖੁਸ਼ ਨੇ, ਕੀ ਕਾਰਨ ਆ? ਪੇ ਕਮਿਸ਼ਨ ਦੀ ਗੱਲ ਕਰਦੇ ਸੀ ਤੇ ਸਿੱਟ ਜਿਹੜੀ ਉਹ ਲੰਬੀ ਹੋ ਗਈ, ਤੇ ਸਾਡਾ ਐਪੀਸੋਡ ਇੱਕ ਜਿਹੜਾ ਹਿੱਸਾ ਸੀ ਉਹਦੇ ਵਿੱਚ ਨਿਕਲ ਗਿਆ। ਸਵਲੀਨ ਜੀ, ਜਦੋਂ ਮੁਲਾਜ਼ਮ, ਜਦ ਅਸੀਂ ਕਹਿੰਦੇ ਆ, ਜਦੋਂ ਸਰਕਾਰ ਦੀ ਕੋਈ ਨੌਕਰੀ ਜੁਆਇਨ ਕਰਦਾ, ਤੇ ਉਹਦੀ ਬਿਲਕੁਲ ਜਿਹੜੀ ਪਹਿਲੀ ਇੱਛਾ ਇਹ ਹੁੰਦੀ ਆ ਕਿ ਉਹਨੂੰ ਇੱਕ ਚੰਗੀ ਤਨਖਾਹ ਮਿਲੇ, ਜਿਹਦੇ ਨਾਲ ਉਹਦੀ ਘਰ ਦਾ ਗੁਜ਼ਰ ਬਸਰ ਹੋ ਸਕੇ, ਤੇ ਉਹਦੀਆਂ ਜਿਹੜੀਆਂ ਲੋੜਾਂ ਪੂਰੀਆਂ ਹੋਣ, ਫੇਰ ਹੀ ਉਹ ਬੰਦਾ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਮਾਂ ਆ, ਰੋਜ਼ ਦੀ ਰੋਜ਼, ਘੰਟੇ ਦੇ ਘੰਟੇ ਉਹਨੇ ਕਿਸੇ ਵੀ ਕੰਮ ਨੂੰ ਦੇਣੇ ਆ। ਸਮਾਂ, ਟਾਈਮ ਇਜ਼ ਇਕੁਅਲ ਟੂ ਮਨੀ। ਅਸੀਂ ਆਮ ਤੌਰ ਤੇ ਇਕਨੋਮਿਕਸ 'ਚ ਪੜ੍ਹਦੇ ਹਾਂ, ਜਦੋਂ ਅਸੀਂ ਕਿਤੇ ਕੰਪਨੀਆਂ ਦੀ ਗੱਲ ਕਰਦੇ ਤਾਂ ਉਹ ਕਹਿੰਦੇ ਜਦੋਂ ਤੁਸੀਂ ਸਮਾਂ ਦਿੰਦੇ ਆ ਤਾਂ ਫਿਰ ਤੁਹਾਨੂੰ ਪੈਸੇ ਮਿਲਦੇ। ਤੇ ਅਧਿਆਪਕ ਦਾ ਜਿਹੜਾ ਕਿੱਤਾ ਆ ਉਹ ਬਹੁਤ ਹੀ ਵਧੀਆ ਆ, ਪਵਿੱਤਰ ਵੀ ਆ, ਉਹਨੂੰ ਰਿਸਪੈਕਟ ਵੀ ਬਹੁਤ ਮਿਲਦੀ ਆ ਆਪਣੀ ਫੀਲਡ ਦੇ ਵਿੱਚ, ਤੇ ਉਹਨੂੰ ਨੇਸ਼ਨ ਬਿਲਡਰ ਵੀ ਕਹਿੰਦੇ ਆ ਅਸੀਂ। ਬਹੁਤ ਸਾਰੇ ਲੋਕ ਇਸ ਗੱਲ ਦਾ ਇਹਨੂੰ ਹਲਕੇ ਤਰੀਕੇ ਨਾਲ ਵੀ ਲੈਂਦੇ ਆ ਕਿ ਅਧਿਆਪਕ ਜਿਹੜੇ ਅੱਧੇ ਦਿਨ ਦੇ ਜੌਬ ਕਰਦੇ ਆ। ਮੈਨੂੰ ਯਾਦ ਆ ਜਿਨ੍ਹਾਂ ਅਧਿਆਪਕਾਂ ਕੋਲ ਅਸੀਂ ਪੜ੍ਹਦੇ ਹੁੰਦੇ ਸੀ, ਉਹ ਉਹਨਾਂ ਦੇ ਘਰੋਂ ਜਦੋਂ ਵਾਈਫ ਸਕੂਲ ਤੋਂ ਆ ਜਾਂਦੇ ਸੀ, ਤੇ ਉਹ ਕਹਿੰਦੇ ਸੀ ਵੀ ਮਾਸਟਰ ਜੀ ਆ ਜਿਹੜਾ ਆ ਕੰਮ ਘਰ ਦਾ ਕੋਈ ਕਰ ਦਿਓ, ਤੇ ਉਹ ਕਹਿੰਦੇ ਸੀ ਨਹੀਂ, ਹੁਣ ਮੇਰੇ ਤੋਂ ਕੋਈ ਕੰਮ ਨਹੀਂ ਹੋਣਾ, ਮੈਂ ਉੱਥੇ 8 ਘੰਟੇ ਬੱਚਿਆਂ ਨੂੰ ਪੜ੍ਹਾ ਕੇ ਆਇਆ, ਤੇ ਮੈਂ ਮਤਲਬ ਮਾਨਸਿਕ ਤੌਰ ਤੇ ਬਹੁਤ ਥੱਕਿਆ ਹੋਇਆ, ਹੋਰ ਕੋਈ ਕੰਮ ਨਹੀਂ ਹੋਣਾ। ਇਹ ਵਾਕਿਆ ਹੀ ਸੱਚਾਈ ਆ, ਵੀ ਜੇ ਤੁਸੀਂ 6-7 ਘੰਟੇ ਦਿਮਾਗ ਜਿਹੜਾ ਆ ਬੱਚਿਆਂ ਤੇ ਲਾਉਨੇ ਆ, ਉਹਨਾਂ ਨੂੰ ਪੜ੍ਹਾਉਣ ਲਈ ਖਰਚ ਕਰਦੇ ਆ, ਫਿਰ ਤੁਹਾਡੇ ਕੋਲ એનર્ਜੀ ਹੋਰ ਕਿਸੇ ਕੰਮ ਲਈ ਨਹੀਂ ਬਚਦੀ। ਵੱਖਰੀ ਗੱਲ ਆ, ਮੇਰੀ ਗੱਲ ਸੁਣ ਕੇ ਵੀ ਬਹੁਤ ਸਾਰੇ ਲੋਕ ਕਹਿਣਗੇ ਕਿ ਅਧਿਆਪਕ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਨੇ, ਟਿਊਸ਼ਨਾਂ ਵੀ ਪੜ੍ਹਾਉਂਦੇ ਨੇ, ਜਾਂ ਆਪਣੇ ਹੋਰ ਬਿਜ਼ਨਸ ਵੀ ਰਨ ਕਰਦੇ ਨੇ। ਦੋਨੋਂ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਸ਼ਾਮਿਲ ਨੇ। ਤੇ ਜੇ ਅਸੀਂ ਇਸ ਮੁੱਦੇ ਤੇ ਵਾਪਸ ਪਹੁੰਚੀਏ, ਤੇ ਪੇ ਕਮਿਸ਼ਨ ਕੁਝ ਸਾਲਾਂ ਬਾਅਦ ਬਣਦੇ ਨੇ, ਉਹ ਮਹਿੰਗਾਈ ਦੀ ਦਰ ਨੂੰ ਦੇਖ ਕੇ, ਸਮਾਜ ਦੇ ਵਿੱਚ ਪੈਸੇ ਦੇ ਹਿਸਾਬ ਕਿਤਾਬ ਨੂੰ ਦੇਖ ਕੇ ਜਿਹੜੀਆਂ ਤਨਖਾਹਾਂ ਆ ਉਹ ਨਿਸ਼ਚਿਤ ਕਰਦੇ ਨੇ। ਫਿਰ ਉਹਨਾਂ ਪੇ ਕਮਿਸ਼ਨਸ ਦੀਆਂ ਜਿਹੜੀਆਂ ਰਿਪੋਰਟ ਆ ਸਰਕਾਰਾਂ ਕੋਲ ਜਾਂਦੀਆਂ ਨੇ, ਤੇ ਸਰਕਾਰਾਂ ਉਹਨਾਂ ਨੂੰ ਕਈ ਸਾਲ ਘੱਟੇ ਮਿੱਟੀ 'ਚ ਪਈ ਰਹਿਣ ਦਿੰਦੀਆਂ। ਤੇ ਉਹ ਪੇ ਕਮਿਸ਼ਨ ਦੀਆਂ ਰਿਪੋਰਟਸ ਚੱਕੀਆਂ ਕਦੋਂ ਜਾਂਦੀਆਂ ਬਿਲਗਾ ਸਾਹਿਬ? ਜਦੋਂ
ਵੋਟਾਂ ਨੇੜੇ ਆ ਜਾਂਦੀਆਂ ਜੀ। ਫਿਰ ਉਹਦੇ ਉੱਤੇ ਫਿਰ ਛਾਣਬੀਣ ਹੁੰਦੀ ਆ। ਫਿਰ ਜੇ ਕਿਤੇ ਤੁਹਾਡੀ ਕਿਸਮਤ ਚੰਗੀ ਹੋਵੇ ਤੇ ਉਹ ਪੇ ਕਮਿਸ਼ਨ ਚੱਕੀ ਜਾਵੇ, ਉਹਦੀ ਰਿਪੋਰਟ ਪੜ੍ਹੀ ਜਾਵੇ, ਤੇ ਫਿਰ ਜੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਵਰਗਾ ਹੋਵੇ ਤੇ ਉੱਤੇ ਫਿਰ ਘੱਟਾ ਪੈ ਜਾਂਦਾ ਜੀ। ਕਿਉਂ? ਜੋ ਇਹਨਾਂ ਦੀ ਜਿਹੜੀ ਸੋਚ ਆ ਉਹ ਸਿਰਫ ਔਰ ਸਿਰਫ ਖਜ਼ਾਨੇ ਨੂੰ ਸੰਭਾਲ ਕੇ ਰੱਖਣ ਦੀ ਆ, ਖਜ਼ਾਨੇ ਨੂੰ ਖਰਚਣ ਦੀ, ਜਾਂ ਇਹ ਗੱਲ ਬਿਲਕੁਲ ਨਹੀਂ ਸੋਚਦੇ ਕਿ ਖਜ਼ਾਨਾ ਜਿਹੜਾ ਹੈ ਕਿੱਥੇ ਜਾਣਾ ਆ, ਉਹਨਾਂ ਲੋਕਾਂ ਲਈ ਪੈਸੇ ਤੁਸੀਂ ਖਰਚਣੇ ਆ ਕਿ ਨਹੀਂ ਖਰਚਣੇ। ਦੇਖੋ, ਅਸੀਂ ਬਾਰ-ਬਾਰ ਇਹ ਗੱਲ ਕਹਿ ਚੁੱਕੇ ਹਾਂ, ਸਰਵ ਪ੍ਰਮਾਣਿਤ ਸੱਚਾਈ ਵਰਗੀ, ਯੂਨੀਵਰਸਲ ਟਰੁੱਥ ਵਰਗੀ ਗੱਲ ਹੋ ਗਈ ਕਿ ਚੰਗੇ ਸਮਾਜ ਲਈ ਚੰਗੀ ਸਿਹਤ ਤੇ ਚੰਗੀ ਐਜੂਕੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ। 6ਵਾਂ ਪੇ ਕਮਿਸ਼ਨ ਇਹਨਾਂ ਨੇ ਕਈ ਸਾਲਾਂ ਤੋਂ ਲਾਗੂ ਸੀ, 16 ਤੋਂ ਉਹਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਹੋਈਆਂ। ਪਹਿਲਾਂ ਤਾਂ ਜਦੋਂ 16 ਦੇ ਵਿੱਚ ਉਹ ਪੇ ਕਮਿਸ਼ਨ ਬਣਿਆ ਹੋਵੇਗਾ, ਉਸ ਵੇਲੇ ਦੀਆਂ ਜਿਹੜੀਆਂ ਉਹਨਾਂ ਨੇ ਉਹ ਦਿੱਤੀਆਂ ਜੀ ਮਾਨਕ, ਉਸ ਵੇਲੇ ਦੇ ਮਹਿੰਗਾਈ ਦੇ ਅੰਕੜੇ ਦੇਖ ਕੇ ਦਿੱਤੇ, ਤੇ 16 ਦੀਆਂ ਗੱਲਾਂ 21 ਚ ਲਾਗੂ ਕਰਨ ਲੱਗੇ ਵੀ ਅਸੀਂ ਉਹਦੇ 'ਚ ਕਾਫੀ ਚੀਜ਼ਾਂ ਘਟਾ ਲਈਆਂ। ਮੰਨ ਲਓ ਐਕਸਗ੍ਰੇਸ਼ੀਆ ਗ੍ਰਾਂਟ ਸੀ ਕਿ ਜੇ ਨੌਕਰੀ ਦੌਰਾਨ ਕਿਸੇ ਬੰਦੇ ਦੀ ਮੌਤ ਹੁੰਦੀ ਹੈ ਤੇ ਉਹਨੂੰ ਸਰਕਾਰ ਨੇ 20 ਲੱਖ ਰੁਪਈਆ ਮੰਗਿਆ ਸੀਗਾ ਕਿ ਉਹਨੂੰ ਦੇ ਦਿੱਤਾ ਜਾਵੇ, ਤੇ ਇਹਨਾਂ ਨੇ ਕਿਹਾ ਕਿ ਨਹੀਂ ਜੀ, ਉਹਨੂੰ 2 ਲੱਖ ਹੀ ਦੇਣਾ। ਕਈ ਭੱਤਿਆਂ ਦੇ ਵਿੱਚ ਇਹੋ ਜਿਹੀਆਂ ਗੜਬੜ ਕੀਤੀਆਂ ਕਿ ਉਹ ਅੱਗੇ ਨਾਲੋਂ ਵੀ ਘਟ ਗਏ। ਮੈਂ ਉਹਦਾ ਲੇਖਾ ਜੋਖਾ ਕੀਤਾ ਜਾਂ ਕੁਝ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਤੇ ਜਿਹੜੀਆਂ ਚੀਜ਼ਾਂ ਵਧਾਉਣੀਆਂ ਸੀ ਉਹ ਉਨੀਆਂ ਨਹੀਂ ਵਧਾਈਆਂ ਜਿੰਨੀਆਂ ਵਧਣੀਆਂ ਚਾਹੀਦੀਆਂ ਸੀ। ਅਸੀਂ ਇਸ ਗੱਲ ਨਾਲ ਪਹਿਲਾਂ ਤੋਂ ਵੀ ਸਹਿਮਤ ਰਹਿੰਦੇ ਹਾਂ ਕਿ ਉਹਨਾਂ ਨੂੰ ਇੱਕ ਹੈਂਡਸਮ ਸੈਲਰੀ ਦਿੱਤੀ ਜਾਣੀ ਚਾਹੀਦੀ ਆ, ਖਾਸ ਤੌਰ ਤੇ ਟੀਚਰਾਂ ਨੂੰ। ਵੈਸੇ ਤਾਂ ਸਾਰੇ ਮੁਲਾਜ਼ਮ ਚੰਗਾ ਮਿਹਨਤ ਕਰਦੇ ਨੇ, ਪਰ ਅਧਿਆਪਕ ਤੇ ਹੈਲਥ ਵਰਕਰ ਤੇ ਅਸੀਂ ਖਾਸ ਤੌਰ ਤੇ ਇਸ ਗੱਲ ਦੀ ਪ੍ਰਾਇੋਰਟੀ 'ਚ ਰੱਖਦੇ ਹਾਂ ਕਿ ਉਹਨਾਂ ਨੂੰ ਹੈਂਡਸਮ ਪੇ ਆਊਟ ਜਿਹੜੇ ਉਹ ਮਿਲਣੇ ਚਾਹੀਦੇ ਨੇ। ਉਸ ਤੋਂ ਬਾਅਦ ਜਿਹੜਾ ਤੁਸੀਂ ਕੰਮ ਕਰਨਾ ਹੈ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ, ਉਹਨਾਂ ਤੋਂ ਜਿੰਨਾ ਕੰਮ ਲੈਣਾ ਹੈ ਉਹਦੇ ਲਈ ਉਹਨਾਂ ਨੂੰ ਪ੍ਰੋਪਰ ਇਨਫਰਾਸਟ੍ਰਕਚਰ ਦਿਓ ਤੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰੋ। ਜਦੋਂ ਸਾਲ ਬਾਅਦ ਰਿਜ਼ਲਟ ਆਉਂਦੇ ਆ ਜਾਂ ਜਦੋਂ ਉਹਨਾਂ ਦੀਆਂ ਤੁਸੀਂ ਪ੍ਰੀ ਬੋਰਡ ਹੁੰਦੀਆਂ ਆ, ਮਹੀਨੇ ਬਾਅਦ ਟੈਸਟ ਹੁੰਦੇ ਆ, ਤੁਸੀਂ ਉਹਨਾਂ ਤੇ ਕੋਈ ਚੈੱਕ ਐਂਡ ਬਾਉਂਡ ਦਾ ਸਿਸਟਮ ਬਣਾ ਲਓ, ਪਰ ਤੁਸੀਂ ਉਹਨਾਂ ਨੂੰ ਤਨਖਾਹ ਦੇਣ ਦੇ ਵਿੱਚ ਆਨਾਕਾਨੀ ਨਾ ਕਰੋ। ਸਰਕਾਰ ਦੇ ਵਿਰੁੱਧ ਇਹ ਗੱਲ ਬਹੁਤ ਵੱਡੇ ਲੈਵਲ ਤੇ ਜਾਊਗੀ ਸਵਲੀਨ ਜੀ, ਜੇ ਪੇ ਕਮਿਸ਼ਨ ਵਾਲੀਆਂ ਕਹਾਣੀਆਂ ਨੂੰ ਨਾ ਹੱਲ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਚੇ ਅਧਿਆਪਕ ਜਿਹੜੇ ਆ ਉਹ ਇਹਨਾਂ ਦੀ ਜਾਨ ਨੂੰ ਵੱਖਰੇ ਰੋਣ ਡਏ ਆ, ਕਾਫੀ ਦਿਨਾਂ ਤੋਂ ਬੈਠੇ ਹੋਏ ਨੇ, ਕੋਈ ਟਾਵਰ ਤੇ ਚੜਿਆ ਹੋਇਆ ਤੇ ਕੋਈ ਸਿੱਖਿਆ ਬੋਰਡ ਦੇ ਦਫ਼ਤਰ ਮੂਹਰੇ ਬੈਠਾ ਹੋਇਆ। ਪਟਵਾਰੀਆਂ ਦੀ ਹੜਤਾਲ ਵੱਖਰੀ ਚੱਲਣ ਡਈ ਹੈ। ਉਹ ਕਹਿ ਰਹੇ ਆ ਕਿ 300-400 ਪਟਵਾਰੀ ਨੇ ਕਿਸੇ ਜ਼ਿਲ੍ਹੇ 'ਚ, ਤੇ 1000 ਤੋਂ ਜ਼ਿਆਦਾ ਪਟਵਾਰ ਸਰਕਲ ਉਹਨਾਂ ਨੂੰ ਵੰਡੇ ਹੋਏ ਨੇ। ਟਰਾਂਸਪੋਰਟਰਸ ਵੱਖਰੇ, ਮੋਟਾ ਇੱਕ ਪਟਵਾਰੀ ਕੋਲ 4 ਪਟਵਾਰ ਸਰਕਲਾਂ ਦਾ ਕੰਮ ਹੈ। ਹਰ ਵਰਗ ਜਿਹੜਾ ਇਸ ਸਰਕਾਰ ਤੋਂ ਦੁਖੀ ਹੈ, ਤੇ ਸਰਕਾਰ ਦਾ ਧਿਆਨ ਪਿਛਲੇ ਸਮੇਂ ਤੋਂ ਲੱਗਿਆ ਹੋਇਆ ਕਿ ਸਾਡੇ ਆਪਣੇ ਲੀਡਰ ਜੋ ਕਹਿ ਰਹੇ ਆ ਉਹਨਾਂ ਨੂੰ ਕਿੱਦਾਂ ਮਨਾਇਆ ਜਾਵੇ, ਉਹਨਾਂ ਨੂੰ ਕਿੱਦਾਂ ਲਿਪਾਪੋਚੀ ਕੀਤੀ ਜਾਵੇ, ਤੇ ਕਿੱਦਾਂ ਸਾਰਿਆਂ ਨੂੰ ਇਕਜੁੱਟ ਕਰਕੇ ਤੇ ਚੋਣਾਂ ਲੜੀਆਂ ਜਾਣ। ਸਰਕਾਰਾਂ ਦਾ ਸਾਰਾ ਧਿਆਨ ਸਿਰਫ ਚੋਣਾਂ ਲੜਨ 'ਚ ਆ। ਇਹ ਚੋਣਾਂ ਜਿਹੜੀਆਂ ਆ ਲੋਕਾਂ ਨੇ ਵੋਟਾਂ ਤਾਂ ਹੀ ਪਾਉਣੀਆਂ ਜੇ ਲੋਕ ਤੁਹਾਡੀਆਂ ਨੀਤੀਆਂ ਤੋਂ, ਤੁਹਾਡੇ ਕੀਤੇ ਹੋਏ ਕੰਮਾਂ ਤੋਂ, ਪਿਛਲੇ 5 ਸਾਲ ਦੀ ਕਾਰਜਕਾਰੀ ਤੋਂ ਖੁਸ਼ ਹੋਣਗੇ। ਪਰ ਲੋਕ ਫੇਰ ਵੋਟਾਂ ਪਾ ਦਿੰਦੇ ਨੇ। ਦੇਖੋ, ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ, ਪਰ ਕਿਹਨੂੰ ਪਾਉਣਗੇ ਇਹ ਗੱਲ ਦੇਖਣੀ ਪੈਣੀ ਹੈ। ਤੁਸੀਂ ਇਦਾਂ ਨਹੀਂ ਕਹਿ ਸਕਦੇ ਲੋਕੀ ਵੋਟਾਂ ਪਾਉਂਦੇ ਨੇ। ਸਰਕਾਰਾਂ ਬਦਲਦੀਆਂ ਆਈਆਂ ਹਰ ਵਾਰ। ਜੇ ਇਹ ਗੱਲ ਹੁੰਦੀ ਕਿ ਲੋਕੀ ਵੋਟਾਂ ਪਾ ਦਿੰਦੇ ਨੇ, ਫਿਰ ਹਰ ਵਾਰ ਉਹੀ ਸਰਕਾਰ ਬਣਦੀ ਰਹਿੰਦੀ ਜੀ। ਪਰ ਲੋਕਾਂ ਨੇ ਵੱਡੇ ਲੀਡਰਾਂ ਨੂੰ ਜ਼ਮਾਨਤਾਂ ਜ਼ਬਤ ਕਰਾਈਆਂ, ਤੇ ਕਈ ਇਹੋ ਜਿਹੇ ਘਟਨਾਕ੍ਰਮ ਹੋਏ ਨੇ ਜਿਹਦੇ ਵਿੱਚ ਲੱਗਦਾ ਸੀ ਕਿ ਇਹ ਬੰਦੇ ਬਹੁਤ ਵੱਡੇ ਨੇ, ਉਹਨਾਂ ਨੂੰ ਵੀ ਫਿਰ ਆਪਣੇ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਬਹੁਤ ਨਵੇਂ ਲੀਡਰਾਂ ਤੋਂ। ਜੇ ਅਸੀਂ ਦਿੱਲੀ ਦੀ ਗੱਲ ਕਰੀਏ, ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਸਰਕਾਰ ਬਣਾਈ ਆ, ਤੇ ਵੱਡੇ ਦਿੱਗਜ ਜਿਹੜੇ ਲੀਡਰ ਸੀ, ਜਿਹੜੇ 4-4 ਵਾਰ 5-5 ਵਾਰ ਦੇ MLA ਸੀ, ਉਹ ਪਤਾ ਹੀ ਨਹੀਂ ਕਿਹਨਾਂ ਤੋਂ ਹਾਰ ਗਏ। ਜਦੋਂ ਬਦਲਾਵ ਦੀ ਲਹਿਰ ਆਉਂਦੀ ਹੈ, ਜਦੋਂ ਲੋਕ ਤੁਹਾਡੇ ਤੋਂ ਦੁਖੀ ਹੁੰਦੇ ਨੇ। ਹੁਣ ਅਸੀਂ ਫਿਰ ਇਸ ਮੁੱਦੇ ਤੇ ਆਈਏ ਕਿ ਪੇ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਨੇ ਰੱਦ ਕੀਤਾ, ਤੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਤੇ ਪੁਨਰ ਵਿਚਾਰ ਕੀਤਾ ਜਾਵੇ, ਨਹੀਂ ਤੇ ਅਸੀਂ ਜੁਲਾਈ ਦੇ ਵਿੱਚ ਪਟਿਆਲੇ ਸਾਰੀ ਇੱਕ ਵੱਡੀ ਰੈਲੀ ਕਰਾਂਗੇ। ਸਾਰੇ ਮੁਲਾਜ਼ਮ 2 ਦਿਨ ਦੀ ਛੁੱਟੀ ਲੈ ਕੇ ਹੜਤਾਲ ਤੇ ਵੀ ਜਾਵਾਂਗੇ ਤੇ ਰੈਲੀ ਵੀ ਕਰਾਂਗੇ। ਸੋ ਸਰਕਾਰ ਨੂੰ ਮੈਂ ਨਹੀਂ ਕਹਿੰਦਾ ਕਿ 100% ਹੀ ਮੰਗਾਂ ਮੰਨ ਦਿਓ ਜਾਂ ਸਾਰੀਆਂ ਤਨਖਾਹਾਂ ਇੰਨੀਆਂ ਵਧਾ ਦਿਓ, ਥੋੜਾ ਜਿਹਾ ਕੰਨ ਧਰੇ ਸਰਕਾਰ। ਇੱਕ ਬੈਲੈਂਸ ਜਿਹੜਾ ਬਣਾ ਕੇ, ਜੇ ਤੁਸੀਂ 4-4.5 ਸਾਲ ਕੋਈ ਕੰਮ ਨਹੀਂ ਕੀਤਾ, ਜੇ ਤੁਸੀਂ 16 ਦੀ ਬਣੀ ਹੋਈ ਰਿਪੋਰਟ ਨੂੰ ਹੁਣ 21 ਚ ਲਾਗੂ ਹੀ ਕਰਨ ਲੱਗਿਆ, ਤੇ ਘੱਟੋ ਘੱਟ ਉਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਬਹਾ ਕੇ ਉਹਨਾਂ ਨੂੰ ਉਸ ਲੈਵਲ ਤੱਕ ਲੈ ਆਓ ਕਿ ਮਸਲਾ ਜਿਹੜਾ ਆ ਹੱਲ ਹੋ ਸਕੇ। ਬਿਲਕੁਲ। ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ, ਜਿਹੜਾ ਕਿ ਬਹੁਤ ਭਖਿਆ ਹੋਇਆ। ਗੁਰਨਾਮ ਜੀ, ਪੰਜਾਬ ਕਾਂਗਰਸ ਦੀ ਗੱਲ ਕਰਦੇ ਹਾਂ, ਕਾਟੋ ਕਲੇਸ਼ ਦੀ ਗੱਲ ਕਰਦੇ ਹਾਂ, ਇਹਨਾਂ ਦਾ ਜਿਹੜਾ ਕਲੇਸ਼ ਹੈ ਉਹ ਕੱਚੀ ਲੱਸੀ ਵਾਂਗੂ ਵੱਧਦਾ ਹੀ ਜਾਂਦਾ। ਕੀ ਇਹ ਮੁਕਾਉਣਾ ਨਹੀਂ ਚਾਹੁੰਦੇ ਲੜਾਈ? ਸਵਲੀਨ ਜੀ, ਇਹ ਤਾਂ ਕਹਿ ਸਕਦੇ ਕਿ ਪਿਛਲੇ ਆਪਾਂ ਜੇ 20-25 ਸਾਲ ਦਾ ਵੀ ਦੇਖ ਲਈਏ ਤੇ ਐਂ ਹੀ ਚੱਲਿਆ ਆਉਂਦਾ, ਬਦਲਦੇ ਗਏ ਆ। ਚਾਹੇ ਆਪਾਂ ਹਰਚਰਨ ਸਿੰਘ ਬਰਾੜ ਤੋਂ ਲੈ ਲਈਏ, ਬੇਅੰਤ ਸਿੰਘ ਤੋਂ ਲੈ ਲਈਏ, ਬੀਬੀ ਭੱਠਲ ਤੋਂ ਲੈ ਲਈਏ, ਉਦੋਂ ਵੀ 36 MLA 40 MLA ਲੈ ਕੇ ਬੀਬੀ ਭੱਠਲ ਜਿਹੜੇ ਸੀਗੇ ਉਹ ਦਿੱਲੀ ਇੱਦਾਂ ਹੀ ਪੇਸ਼ੀਆਂ ਹੁੰਦੀਆਂ ਸੀ, ਅਸੀਂ ਆਪਣੀ ਅੱਖੀਂ ਦੇਖੀਆਂ ਸੀ ਉਸ ਵੇਲੇ ਵੀ। ਜਿਹੜਾ ਹੁਣ ਦਾ ਕਲੇਸ਼ ਆ, ਪਹਿਲਾਂ ਤਾਂ ਇੱਕ ਲੱਗ ਰਿਹਾ ਸੀ ਵੀ ਅਹੁਦਿਆਂ ਦੀ ਲੜਾਈ ਆ ਵੀ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹਦੇ ਮਨ ਮੁਤਾਬਕ ਜਿਹੜਾ ਮਹਿਕਮਾ ਨਹੀਂ ਦਿੱਤਾ ਗਿਆ, ਤਾਂ ਉਹਨੇ ਅਹੁਦਾ ਛੱਡ ਦਿੱਤਾ ਤੇ ਉਹਨੂੰ ਕਿਸੇ ਹੋਰ ਅਹੁਦੇ ਦੀ ਇਸ ਵੇਲੇ ਪਾ ਲਿਆ। ਪਰ ਜਿਹੜੀ ਪਿਛਲੇ 2-3 ਦਿਨ ਦੇ ਵਿੱਚ ਸਿੱਧੂ ਨੇ ਲਗਭਗ 2 ਦਰਜਨ ਤੋਂ ਉੱਪਰ TV ਚੈਨਲਾਂ ਦੇ ਨਾਲ ਜਿਹੜੀ ਉਹਨੇ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਕੁਝ ਗੱਲਾਂ ਸਪਸ਼ਟ ਹੋ ਗਈਆਂ ਵੀ ਉਹਨੇ ਕਲੀਅਰ ਕਰਤਾ ਵੀ ਮੈਂ ਜਿਹੜੀ ਆ ਮੇਰੀ ਅਹੁਦੇ ਦੀ ਲੜਾਈ ਹੈ ਨਹੀਂ ਕੋਈ,
ਮੇਰੀ ਉਹ ਲੜਾਈ ਆ ਮੁੱਦਿਆਂ ਦੀ, ਵੀ ਜਿਹੜੇ ਮੈਂ ਮੁੱਦੇ ਚੱਕ ਰਿਹਾ ਆ ਵੀ ਇਹ ਮੁੱਦੇ ਆਮ ਲੋਕਾਂ ਦੇ ਆ, ਆਮ ਪੰਜਾਬ ਦੇ ਆ। ਸ਼ਰਾਬ ਨੀਤੀ ਤੇ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਰਿਫਾਰਮ ਕਰਨ ਦੀ ਗੱਲ ਕੀਤੀ ਹੈ ਵੀ ਨੀਤੀ ਬਦਲਣੀ ਚਾਹੀਦੀ ਹੈ, ਜਿਹਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਫਾਇਦਾ ਹੋਵੇ, ਨਾ ਕਿ ਜਿਹੜੇ ਧਨਾੜ ਸਰਕਾਰ ਪੱਖੀ ਵਪਾਰੀ ਆ ਉਹ ਇਸ ਗੱਲ ਦਾ ਫਾਇਦਾ ਚੱਕ ਸਕਣ। ਨਾਲ ਉਹਨਾਂ ਨੇ ਗੱਲ ਕੀਤੀ ਰੇਤ ਮਾਫੀਏ ਦੀ, ਕੇਬਲ ਮਾਫੀਏ ਦੀ, ਟਰਾਂਸਪੋਰਟ ਮਾਫੀਏ ਦੀ। ਇਨੀ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਮੁੱਦਿਆਂ ਦੇ ਵਿੱਚ ਤਾਂ ਪੰਜਾਬ ਦੇ ਲੋਕਾਂ ਦੇ ਜਿਹੜੀ ਆਵਾਜ਼ ਉਹਦੀ ਝਲਕ ਆਉਂਦੀ ਆ। ਉਹਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਵੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਇਸ ਗੱਲ ਦਾ ਪਤਾ ਲੱਗ ਗਿਆ ਵੀ ਰਹਿੰਦੇ 6 ਮਹੀਨੇ ਦੇ ਵਿੱਚ ਮੈਂ ਕੋਈ ਅਹੁਦਾ ਲੈ ਕੇ ਤੇ ਫਿਰ ਮੈਂ ਲੋਕਾਂ ਦੇ ਵਿੱਚ ਆਪਣੀ ਇਮੇਜ ਜਿਹੜੀ ਆ ਉਹ ਇੱਕ ਉਹਦੇ ਦਾ ਲਾਲਚੀ ਲੋਕਾਂ ਤੋਂ ਕਹਾਉਣ ਵਾਲੀ ਨਹੀਂ ਬਣਾਉਣਾ ਚਾਹੁੰਦਾ। ਜੇ ਮੁੱਦੇ ਹੱਲ ਕਰ ਦਿੱਤੇ ਜਾਣ ਤੇ ਇਹ ਮੁੱਦਿਆਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਕਿਤੇ ਨਾ ਕਿਤੇ ਭਲਾ ਹੋ ਸਕਦਾ ਹੈ। ਨਾਲ ਹੀ ਜਿਹੜੇ ਪ੍ਰਗਟ ਸਿੰਘ ਉਹਨੇ ਵੀ ਇੱਕ ਗੱਲ ਕਹੀ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਨਹੀਂ ਹੈਗੇ, ਗੱਲ ਅਸੀਂ ਮੁੱਦੇ ਦੀ ਕਰਦੇ ਹਾਂ। ਜੇ ਮੁੱਦੇ ਸਾਡੇ ਹੱਲ ਹੋ ਜਾਣ ਤਾਂ ਅਸੀਂ ਤਾਂ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਹਾਂ। ਤੇ ਨਵਜੋਤ ਨੇ ਵੀ ਇਹ ਗੱਲ ਕਹੀ ਆ ਵੀ ਜੇ ਮੈਨੂੰ ਭਾਵੇਂ ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਵਿੱਚ ਹੀ ਕਿਤੇ ਮੈਨੂੰ ਚੇਅਰਮੈਨ ਬਣਾ ਦੇਣ, ਮੈਂ ਉੱਥੇ ਮੈਨੂੰ ਐਮਐਲਏ ਬਣਨ ਦੀ ਵੀ ਲੋੜ ਨਹੀਂ, ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਮੁੱਦਿਆਂ ਦੀ ਗੱਲ ਹੱਲ ਹੋ ਜਾਵੇ। ਇਹਦੇ ਸੰਬੰਧ ਵਿੱਚ 3 ਮੈਂਬਰਾਂ ਦੀ ਆ, ਮਲਕਾਰਜੁਨ ਖੜਕੇ, ਹਰੀਸ਼ ਰਾਵਤ ਜੀ ਤੇ ਦਿੱਲੀ ਦੇ ਅਗਰਵਾਲ ਜੀ, ਉਹਨਾਂ ਦੀ ਸਾਰਿਆਂ ਦੀ ਇੱਕ ਕਮੇਟੀ ਬਣੀ ਸੀਗੀ। ਕਮੇਟੀ ਕੋਲ ਤਕਰੀਬਨ ਪੰਜਾਬ ਦੇ ਸਾਰੇ ਐਮਐਲਏ ਜਿਹੜੇ ਆਪੋ ਆਪਣਾ ਬਿਆਨ ਦਰਜ ਕਰਾ ਕੇ ਆਏ ਆ। ਲੱਗ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੋਈ ਨਾ ਕੋਈ ਜਿਹੜੀ ਹਾਈ ਕਮਾਂਡ ਆ ਉਹ ਕੋਈ ਫੈਸਲਾ ਲਊਗੀ। ਹੁਣ ਫੇਰ ਦੁਬਾਰਾ ਕੁਝ ਲੀਡਰ ਦੁਬਾਰਾ ਫੇਰ ਸੱਦੇ ਗਏ ਦਿੱਲੀ ਵਿੱਚ, ਜਿੱਥੇ ਕੈਪਟਨ ਅਮਰਿੰਦਰ ਸਿੰਘ ਵੀ ਗਏ ਆ, ਪਰ ਨਵਜੋਤ ਸਿੰਘ ਸਿੱਧੂ ਦਾ ਪਤਾ ਲੱਗਾ ਵੀ ਉਹ ਨਹੀਂ ਗਏ। ਪਰ ਹੁਣ ਖਬਰ ਇੱਕ ਇਹ ਵੀ ਆ ਰਹੀ ਆ ਵੀ ਇਸ ਗੱਲ ਦਾ ਕੋਈ ਵੀ ਹਜੇ ਪੂਰਨ ਤੌਰ ਤੇ ਪਾਰਟੀ ਹਾਈ ਕਮਾਂਡ ਕੋਈ ਸਖਤ ਫੈਸਲਾ ਲੈਣ ਤੋਂ ਗਰੇਜ ਕਰ ਰਹੀ ਆ, ਜਾਂ ਪਾਰਟੀ ਹਾਈ ਕਮਾਂਡ ਇਸ ਸਥਿਤੀ ਵਿੱਚ ਹੀ ਹੈ ਨਹੀਂ ਕੋਈ ਇਸ ਕਿਸੇ ਨੂੰ ਵੀ ਦਬਕਾ ਮਾਰ ਕੇ ਜਾਂ ਬਿਠਾਲ ਸਕੇ ਜਾਂ ਕਿਸੇ ਨੂੰ ਵੀ ਰੋਕ ਸਕੇ। ਜਦੋਂ ਇਹ ਬਿਆਨ ਨਵਜੋਤ ਸਿੰਘ ਸਿੱਧੂ ਪਰਸੋਂ ਚੌਥ ਦਿੰਦਾ ਆ, ਉਦੋਂ ਤੱਕ ਜਾਂ ਤਾਂ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਦੇ ਅੰਦਰਲੇ ਇਸ਼ਾਰੇ ਤੇ ਪ੍ਰੈਸ ਕਾਨਫਰੰਸਾਂ ਕਰ ਰਿਹਾ ਸੀਗਾ, ਜਾਂ ਪਾਰਟੀ ਹਾਈ ਕਮਾਂਡ ਦੇ ਕਹਿਣੇ ਤੋਂ ਬਾਹਰ ਹੋ ਕੇ ਕਰ ਰਿਹਾ ਸੀਗਾ। ਇਸ ਕਰਕੇ ਹਾਈ ਕਮਾਂਡ ਦਾ ਡਰ ਜਿਹੜਾ ਆ ਉਹ ਕਿਸੇ ਜਿਹੜੀ ਕਾਂਗਰਸ ਦੀ ਧਿਰ ਆ ਉਹਨਾਂ ਦੇ ਮਨਾਂ ਵਿੱਚ ਸਾਨੂੰ ਕੋਈ ਨਜ਼ਰ ਆ ਨਹੀਂ ਰਿਹਾ। ਹੁਣੇ ਖਬਰ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਬਿਨਾਂ ਰਾਹੁਲ ਗਾਂਧੀ ਨੂੰ ਮਿਲੇ ਨੂੰ ਵਾਪਸ ਜਿਹੜੇ ਪੰਜਾਬ ਨੂੰ ਨਹੀਂ ਚਾਲੇ ਪਾ ਲਿਆ। ਵੱਖ-ਵੱਖ ਲੀਡਰ ਇਸ ਵੇਲੇ ਉੱਥੇ ਦਿੱਲੀ ਦੀਆਂ ਜਿਹੜੇ ਫੈਸਲਾ ਆਉਣਾ ਉਹਦੇ ਵੱਲ ਨਿਗਾਹ ਟਿਕਾ ਕੇ ਬੈਠੇ ਆ, ਪਰ ਹਜੇ ਦਿੱਲੀ ਵੱਲੋਂ ਕੋਈ ਫੈਸਲਾ ਜਿਹੜਾ ਉਹ ਆਉਂਦਾ ਨਜ਼ਰ ਨਹੀਂ ਆ ਰਿਹਾ। ਹਜੇ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਆ ਵੀ ਆਉਣ ਵਾਲੀ 2022 ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਜਾਊਗੀ ਉਹ ਸ਼੍ਰੀਮਤੀ ਸੋਨੀਆ ਗਾਂਧੀ ਤੇ ਸ਼੍ਰੀ ਰਾਹੁਲ ਗਾਂਧੀ ਦੇ ਨੇਤਰਤਵ ਹੇਠ ਲੜੀ ਜਾਊਗੀ। ਪੰਜਾਬ ਦਾ ਜਿਹੜਾ ਸੀਐਮ ਦਾ ਚਿਹਰਾ ਆ ਉਹ ਪ੍ਰੋਜੈਕਟ ਹਜੇ ਕਰਨ ਦੀ ਮੇਰੇ ਖਿਆਲ ਗੱਲ ਜਿਹੜੀ ਉਹਨੇ ਟਾਲ ਦਿੱਤੀ ਆ। ਨਾ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਐਜ ਏ ਮੁੱਖ ਮੰਤਰੀ 2022, ਨਾ ਨਵਜੋਤ ਸਿੰਘ ਸਿੱਧੂ ਤੇ ਕਿਤੇ ਕੋਈ ਗੱਲ ਆਈ। ਵਿੱਚ ਗੱਲ ਇਹ ਵੀ ਆ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਬਣਾਇਆ ਜਾ ਸਕਦਾ, ਜਿਹਦੇ ਤੇ ਕੱਲ ਪਰਸੋਂ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸਖਤੀ ਦੇ ਨਾਲ ਪ੍ਰਤੀਕਰਮ ਦਿੱਤਾ ਆ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਆ ਤੇ ਤੁਸੀਂ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਮੈਨੂੰ ਲਾ ਦਿਓ। ਇਹ ਤੋਂ ਇਹ ਜ਼ਾਹਰ ਹੁੰਦਾ ਹੈ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੀ ਜਿਹੜੀ ਬਾਗਡੋਰ ਆ ਉਹ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਫੜ ਕੇ ਰੱਖਣੀ ਚਾਹੁੰਦੇ ਆ। ਉਹ ਕਿਸੇ ਤਰ੍ਹਾਂ ਵੀ ਆਪਣੀ ਮਿਆਨ ਦੇ ਵਿੱਚ ਦੂਜੀ ਤਲਵਾਰ ਪੈਣ ਦੇਣਾ ਹੀ ਨਹੀਂ ਚਾਹੁੰਦੇ। ਤੇ ਇਸੇ ਕਰਕੇ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਪੰਜਾਬ ਦੀ ਰਾਜਨੀਤੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੋਈ ਵੀ ਥਾਂ ਨਹੀਂ ਹੈਗਾ। ਜੇ ਇਹਨੂੰ ਕਿਤੇ ਐਡਜਸਟ ਕਰਨਾ ਤੁਸੀਂ ਸੈਂਟਰ ਦੇ ਵਿੱਚ ਜਾਂ ਵੱਡੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਬਾਹਰ ਤੁਸੀਂ ਕਿਤੇ ਐਡਜਸਟ ਕਰ ਸਕਦੇ ਆ। ਇਹ ਜਿਹੜੀ ਤੁਸੀਂ ਗੱਲ ਕਹੀ ਕੱਚੀ ਲੱਸੀ ਵਾਲੀ, ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਮਹੀਨਾ ਵੀ ਇਹ ਕੱਚੀ ਲੱਸੀ ਦੇ ਵਿੱਚ ਹੋਰ ਪਾਣੀ ਪੈਂਦਾ ਰਹੂਗਾ ਤੇ ਇਹ ਲੱਸੀ ਜਿਹੜੀ ਹੈ ਇਦਾਂ ਹੀ ਰਿੜਕ ਹੁੰਦੀ ਰਹੂ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਹੁਣ ਪੰਜਾਬ ਤੋਂ ਥੋੜਾ ਜਿਹਾ ਬਾਹਰ ਨਿਕਲੀਏ। ਸ਼ਰਦ ਪਵਾਰ ਦੇ ਘਰ ਕੱਲ ਸਿਆਸੀ ਧਿਰਾਂ ਨੇ ਮੀਟਿੰਗ ਕੀਤੀ ਹੈ ਤੇ ਉਹਦਾ ਕੀ ਅਰਥ ਕੱਢੀਏ? ਪੰਜਾਬ ਤੋਂ ਬਾਹਰ ਜਾਣ ਤੋਂ ਪਹਿਲਾਂ ਪੰਜਾਬ ਵਾਲੀ ਗੱਲ ਦਿੱਲੀ ਪਹੁੰਚੀ ਹੋਈ, ਉਹਦੇ 'ਚ 2 ਗੱਲਾਂ ਬਿਲਗਾ ਸਾਹਿਬ ਨੇ ਦੱਸੀਆਂ, ਉਹੀ ਇੰਪੋਰਟੈਂਟ ਨੇ। ਬਾਕੀ ਤੇ ਗੱਲ ਇਹ ਆ ਕਿ ਬਹੁਤ ਦਿਨਾਂ ਤੋਂ ਰੌਲਾ ਪੈ ਰਿਹਾ, ਪਹਿਲਾਂ ਲੱਗਦਾ ਸੀਗਾ ਕਿ ਮੁੱਦਿਆਂ ਦੀ ਲੜਾਈ ਘੱਟ ਆ ਤੇ ਸੱਤਾ ਦੀ ਲੜਾਈ ਜ਼ਿਆਦਾ, ਅਹੁਦਿਆਂ ਦੀ ਲੜਾਈ ਜ਼ਿਆਦਾ। ਜਿਹੜੀ ਗੱਲ ਮਲਕਾਰਜੁਨ ਖੜਗੇ ਵਾਲੀ ਕਮੇਟੀ ਨੇ ਕੀਤੀ ਆ ਕਿ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਸ ਨੇ ਉਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨੇਤਰਤਵ 'ਚ ਲੜੀਆਂ ਜਾਣਗੀਆਂ, ਉਹਨਾਂ ਦੀ ਪ੍ਰਧਾਨਗੀ 'ਚ ਉਹਨਾਂ ਦੇ ਚਿਹਰੇ ਮੋਹਰੇ ਨੂੰ ਸਾਹਮਣੇ ਰੱਖ ਕੇ ਲੜੀਆਂ ਜਾਣਗੀਆਂ। ਇਹ ਗੱਲ ਸਿਰਫ ਵਕਤੀ ਤੌਰ ਤੇ ਠੀਕ ਲੱਗਦੀ ਆ, ਅਦਰਵਾਈਜ਼ ਇਹ ਗੱਲ ਦਾ ਕੋਈ ਬਹੁਤਾ ਮਤਲਬ ਨਹੀਂ। ਹਾਲੇ ਇਦਾਂ ਲੱਗਦਾ ਕਿ ਹਾਈ ਕਮਾਂਡ ਇਹਨਾਂ ਦੋਨਾਂ ਲੀਡਰਾਂ ਨੂੰ ਇਹ ਦੱਸ ਰਹੀ ਆ ਵੀ ਤੁਸੀਂ ਦੋਨਾਂ ਤੋਂ ਵਿੱਚ ਕਿਸੇ ਨੂੰ ਵੀ ਬਹੁਤੀ ਅਸੀਂ ਇੰਪੋਰਟੈਂਟ ਨਹੀਂ ਦੇਣੀ। ਪਰ ਜੇ ਪੰਜਾਬ ਦੀ ਅਸੀਂ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਲੈਕਸ਼ਨਸ ਜਿੰਨੀ ਵਾਰ ਵੀ ਹੁੰਦੀਆਂ ਆ, ਜਦੋਂ ਵੀ ਹੋਈਆਂ, ਉਹ ਚਿਹਰੇ ਦੇ ਮੋਹਰੇ ਰੱਖ ਕੇ ਹੀ ਲੜੀਆਂ ਜਾਂਦੀਆਂ। ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਗਿਣਿਆ ਜਾ ਰਿਹਾ ਕਿ ਉਹਨਾਂ ਨੇ ਉਸ ਚਿਹਰੇ ਨੂੰ ਸਾਹਮਣੇ ਨਹੀਂ ਰੱਖਿਆ। ਤੇ ਦੂਸਰੀ ਗੱਲ ਇਹ ਕਹੀ ਆ ਕਿ ਉੱਥੇ ਜਿਹੜੀ
ਕੈਪਟਨ ਸਾਹਿਬ ਵਾਪਸ ਆ ਗਏ ਆ, ਪਰ ਕੈਪਟਨ ਸਾਹਿਬ ਦੀ ਜਿਹੜੀ ਹਰੀਸ਼ ਰਾਵਤ ਨਾਲ ਜਾਂ ਕਮੇਟੀ ਨਾਲ ਮੁਲਾਕਾਤ ਹੋਈ ਆ ਉਹਦੇ 'ਚ ਉਹਨਾਂ ਨੂੰ ਇਹ ਗੱਲ ਬਹੁਤ ਜ਼ੋਰ ਦੇ ਕੇ ਕਹੀ ਗਈ ਆ ਕਿ ਤੁਹਾਡੇ ਕੋਲ ਸਮਾਂ ਹਾਲੇ ਥੋੜਾ ਜਿਹਾ ਹੈਗਾ, ਤੁਸੀਂ ਜਿਹੜੇ ਕੀਤੇ ਹੋਏ ਵਾਅਦੇ ਆ ਉਹਨਾਂ ਨੂੰ ਪੂਰਾ ਕਰੋ। ਪਰ ਗੱਲ ਹੁਣ ਦੇਖਣ ਵਾਲੀ ਇਹ ਵੀ ਆ, ਇਸੇ ਕਰਕੇ ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਹਾਈ ਕਮਾਂਡ ਜਿਹੜੀ ਆ ਉਹ ਬਹੁਤ ਹੀ ਕਮਜ਼ੋਰ ਆ ਤੇ ਫੈਸਲਾ ਲੈਣ ਦੀ ਸਥਿਤੀ 'ਚ ਨਹੀਂ। ਇਸ ਹਾਈ ਕਮਾਂਡ ਨੂੰ ਉਹ ਸਾਰੇ ਵਾਅਦੇ ਪਹਿਲਾਂ ਵੀ ਪਤਾ ਸੀ ਤੇ ਬਾਕੀ ਲਗਭਗ ਸਾਰੇ ਰਾਜਾਂ ਦੇ ਵਿੱਚੋਂ, ਸਾਰੇ ਭਾਰਤ ਦੇ ਵਿੱਚੋਂ ਹਾਈ ਕਮਾਂਡ ਵਿਹਲੀ ਹੋਈ ਆ। ਜੇ ਇਹਨਾਂ ਦਾ ਧਿਆਨ ਉਹਨਾਂ ਸਟੇਟਾਂ ਦੇ ਵਿੱਚ ਵੀ ਹੋਵੇ ਜਿੱਥੇ ਸੱਤਾ 'ਚ ਨੇ, ਤੇ ਇਹ ਗੱਲ ਕੈਪਟਨ ਸਾਹਿਬ ਨੂੰ ਉਹ ਪਹਿਲਾਂ ਵੀ ਕਹਿ ਸਕਦੇ ਸੀ। ਹੁਣ 4.5 ਸਾਲ ਬਾਅਦ ਘੰਟੀ ਵਜਾਉਣ ਦਾ ਕੀ ਜਦੋਂ ਇਹਨਾਂ ਇਸੇ ਸਰਕਾਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸਵਾਲ ਉਠਾਉਂਦੇ ਆ, ਉਦੋਂ ਵੀ ਹਾਈ ਕਮਾਂਡ ਕਹਿ ਸਕਦੀ ਸੀ। ਜਦੋਂ ਪ੍ਰਗਟ ਸਿੰਘ ਨੇ ਚਿੱਠੀ ਲਿਖੀ ਆ, ਉਦੋਂ ਵੀ ਹਾਈ ਕਮਾਂਡ ਕਹਿ ਸਕਦੀ ਸੀ। ਮੌਕੇ ਤੇ ਜਿਸ ਵੀ MLA, ਜਿਸ ਵੀ ਮੰਤਰੀ ਨੇ ਗੱਲ ਉਠਾਈ ਆ, ਹਾਈ ਕਮਾਂਡ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬ ਤੋਂ ਨੇ, ਜਿਹੜੇ ਪੰਜਾਬ ਦੀ ਗੱਲ ਸਮਝਦੇ ਨੇ, ਉੱਥੇ ਗੱਲ ਕੀਤੀ ਜਾ ਸਕਦੀ ਸੀ। ਹੁਣ 6 ਮਹੀਨਿਆਂ ਦੇ ਵਿੱਚ ਉਹ ਵਾਅਦੇ ਕਿੱਦਾਂ ਪੂਰੇ ਕਰ ਦੇਣੇ, ਉਹਦੇ ਲਈ ਕੋਈ ਅਲਾਦੀਨ ਦਾ ਚਿਰਾਗ ਤੇ ਹੈ ਨਹੀਂ। ਤੇ ਉਹ ਗੱਲ ਜਿਹੜੀ ਆ ਔਖੀ ਆ ਜੀ। ਤੁਸੀਂ ਹੁਣ ਗੱਲ ਕੀਤੀ ਸੀ ਅਗਲੇ ਸਵਾਲ ਦੀ, ਸ਼ਰਦ ਪਵਾਰ ਦੀ। ਰਾਜਨੀਤੀ ਦੇ ਵਿੱਚ ਬੀਜੇਪੀ ਜਿਸ ਉਚਾਈ ਤੱਕ ਪਹੁੰਚ ਚੁੱਕੀ ਆ ਪਿਛਲੇ 5-7 ਸਾਲਾਂ 'ਚ, ਹਾਲਾਂਕਿ ਉਹਦੇ ਪਿੱਛੇ 84 ਤੋਂ ਜਾਂ 82 ਤੋਂ ਜਾਂ 80 ਤੋਂ ਉਹਨਾਂ ਨੇ ਮਿਹਨਤ ਕੀਤੀ ਆ। 40 ਸਾਲ ਜਾਂ 35 ਸਾਲ ਦੀ ਮਿਹਨਤ ਤੋਂ ਬਾਅਦ 2014 'ਚ ਉਹ ਸੱਤਾ 'ਚ ਆਏ। ਉਸ ਤੋਂ ਪਹਿਲਾਂ ਵਾਜਪੇਈ ਵਾਲੀ ਟਰਮ ਨੂੰ 5 ਸਾਲ ਵਧੀਆ ਰਿਹਾ ਸੀ। ਉਸ ਤੋਂ ਬਾਅਦ ਫਿਰ ਮਨਮੋਹਨ ਸਿੰਘ ਨੇ ਲਗਾਤਾਰ 2 ਵਾਰ ਰਾਜ ਕੀਤਾ ਤੇ ਬੀਜੇਪੀ ਇੱਕ ਵਾਰ ਇੰਡੀਆ ਸ਼ਾਈਨਿੰਗ ਦਾ ਨਾਰਾ ਦੇ ਕੇ ਵਾਜਪੇਈ ਤੋਂ ਬਾਅਦ ਆਪ ਅਨਸ਼ਾਈਨ ਹੋ ਗਈ ਸੀ। ਬਿਲਕੁਲ ਉਹਨਾਂ ਦੀ ਚਮਕ ਜਿਹੜੀ ਸੀ ਉਹ ਫਿੱਕੀ ਪੈ ਗਈ ਸੀ। ਨਵੀਂ ਕਤਾਰ ਦੇ ਲੀਡਰ ਆਏ, ਉਹਨਾਂ ਨੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਫਬੰਦੀਆਂ ਕੀਤੀਆਂ, ਬੜੀ ਮਿਹਨਤ ਕੀਤੀ ਤੇ ਉਹ ਇੱਕ ਲੈਵਲ ਤੱਕ ਪਹੁੰਚੇ। 2014 'ਚ ਵੱਡੇ ਬਹੁਮਤ ਨਾਲ ਉਹਨਾਂ ਨੇ ਸਰਕਾਰ ਬਣਾਈ। 14 ਤੋਂ ਬਾਅਦ ਉਸੇ ਬਹੁਮਤ ਨੂੰ 19 ਦੇ ਵਿੱਚ ਦਰਾਇਆ ਤੇ ਬਹੁਤ ਸਾਰੇ ਜਿਹੜੇ ਰਾਜਨੀਤਿਕ ਸਮੀਖਿਅਕ ਸੀ ਉਹਨਾਂ ਨੂੰ ਗਲਤ ਸਿੱਧ ਕੀਤਾ। ਯੂਪੀ, ਬਿਹਾਰ, ਗੁਜਰਾਤ, ਸਾਰੇ ਹੀ ਦੇਸ਼ ਦੇ ਵਿੱਚ ਉਹਨਾਂ ਨੇ ਵੱਡੀਆਂ ਸੀਟਾਂ, ਵੱਡੀ ਗਿਣਤੀ 'ਚ ਸੀਟਾਂ ਜਿੱਤ ਕੇ ਜਿਹੜੀ ਸਰਕਾਰ ਆ ਉਹ ਦੁਬਾਰਾ ਬਣਾਈ। ਪਰ ਜਿਸ ਪੀਕ ਤੱਕ ਉਹ ਪਹੁੰਚ ਚੁੱਕੇ ਆ, ਇਦਾਂ ਲੱਗਦਾ ਕਿ ਉਸ ਪੀਕ ਤੱਕ ਹੁਣ ਉਹਨਾਂ ਲਈ ਬਣੇ ਰਹਿਣਾ ਔਖਾ ਹੋ ਗਿਆ। ਜਿੰਨੀ ਉਹਨਾਂ ਨੇ ਹਾਈਟ ਲੈ ਲਈ ਸੀ ਰਾਜਨੀਤੀ ਦੇ ਵਿੱਚ, ਉਸ ਤੋਂ ਅੱਗੇ ਉਹਨਾਂ ਨੇ ਜਿਹੜੇ ਕੰਮ ਕੀਤੇ ਆ ਉਹ ਲੋਕਾਂ ਦੇ ਵਿੱਚ ਬਹੁਤੇ ਪ੍ਰਮਾਣਿਤ ਜਾਂ ਪ੍ਰਵਾਨਿਤ ਹੋਏ ਨਹੀਂ। ਚਾਹੇ ਉਹਨੂੰ ਤੁਸੀਂ ਨੋਟਬੰਦੀ ਨਾਲ ਗਿਣ ਲਓ, ਚਾਹੇ ਕਿਸਾਨ ਅੰਦੋਲਨ ਨਾਲ ਗਿਣ ਲਓ, ਚਾਹੇ ਦੇਸ਼ ਦੀ ਆਰਥਿਕ ਸਥਿਤੀ ਨੂੰ ਦੇਖ ਲਓ, ਕਰੋਨਾ ਨਾਲ ਨਜਿੱਠਣ ਨੂੰ ਦੇਖ ਲਓ, ਭਾਰਤ ਦੇ ਪਾਕਿਸਤਾਨ ਨਾਲ, ਚੀਨ ਨਾਲ, ਨੇਪਾਲ ਨਾਲ, ਬੰਗਲਾਦੇਸ਼ ਨਾਲ, ਸ਼੍ਰੀਲੰਕਾ ਨਾਲ ਸਬੰਧਾਂ ਨੂੰ ਦੇਖ ਲਓ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਬੀਜੇਪੀ ਜਿੱਥੇ ਤੱਕ ਪਹੁੰਚ ਗਈ ਸੀ, ਉੱਥੇ ਤੱਕ ਜਿਹੜਾ ਉਹਨਾਂ ਨੇ ਪੋਲਰਾਈਜੇਸ਼ਨ ਕੀਤਾ ਸੀ, ਬਾਈਪੋਲਰਾਈਜੇਸ਼ਨ, ਜੋ ਵੋਟਾਂ ਦਾ ਧਰੁਵੀਕਰਨ ਜਾਤੀ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਕੀਤਾ ਸੀ, ਉਹ ਤੋਂ ਬਾਅਦ ਹੁਣ ਉਹਨਾਂ ਨੂੰ ਠੋਸ ਕੰਮ ਕਰਨੇ ਪੈਣੇ ਸੀ। ਇਕੱਲੇ ਵਾਅਦੇ ਦੇਣ ਨਾਲ ਉਹ ਗੱਲ ਨਹੀਂ ਸੀ ਬਣਨੀ। ਪਰ ਉਹਨਾਂ ਦੀ ਜਿਹੜੀ ਹਾਈਟ ਆ ਉਹ ਇਸ ਕਰਕੇ ਹੋਰ ਵੀ ਉੱਚੀ ਲੱਗਦੀ ਸੀ ਕਿਉਂਕਿ ਉਹਨਾਂ ਤੋਂ ਥੱਲੇ ਵਾਲੀ ਹਾਈਟ ਕਿਸੇ ਕੋਲ ਨਹੀਂ ਸੀ। ਬਿਲਕੁਲ ਵਿਰੋਧੀ ਧਿਰ ਜਿਹੜਾ ਆ ਕਾਂਗਰਸ ਆ, ਉਹਦੀ ਤਾਂ ਗਿਣਤੀ ਜਿਹੜੀ ਸੀ 50 ਤੋਂ ਵੀ ਥੱਲੇ ਸੀ। ਮੈਂ ਠੀਕ ਆ, ਮੇਰੇ ਖਿਆਲ ਇੰਨੀਆਂ ਕਿ ਸੀਟਾਂ ਉਹਨਾਂ ਕੋਲ ਲੋਕ ਸਭਾ 'ਚ 50 ਤੋਂ ਇਸ ਵੇਲੇ ਪਹਿਲੀ ਵਾਰੀ 50 ਤੋਂ ਵੀ ਥੱਲੇ ਸੀ, ਦੂਸਰੀ ਵਾਰੀ 50 ਤੋਂ ਉੱਪਰ। 50 ਦੇ ਨੇੜੇ ਤੇ ਹੋਣਗੀਆਂ, 60 ਹੋਣਗੀਆਂ। ਮਤਲਬ ਕਿ ਉਹਨਾਂ ਦੀ ਜਿਹੜੀ ਗਿਣਤੀ ਆ ਉਹ 543 ਦੀ ਜੇ ਗਿਣਤੀ 'ਚ ਦੇਖੀਏ ਤਾਂ 10% ਦੇ ਨੇੜੇ ਤੇੜੇ, ਜਦ ਕਿ ਸਰਕਾਰ ਬਣਾਉਣ ਲਈ 51% ਚਾਹੀਦੀਆਂ। ਸਾਰੀਆਂ ਧਿਰਾਂ ਮਿਲ ਕੇ ਵੀ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਸੀ। ਪਰ ਜਦੋਂ ਬੰਗਾਲ ਇਲੈਕਸ਼ਨ ਦੇ ਵਿੱਚ ਬੀਜੇਪੀ ਸਰਕਾਰ ਨੇ ਬਹੁਤ ਜ਼ੋਰ ਲਾਇਆ ਸੀ ਤੇ ਫਿਰ ਮਮਤਾ ਬੈਨਰਜੀ ਨੇ ਸਾਰੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਲਈ ਚਿੱਠੀ ਲਿਖੀ ਸੀ। ਉਹਦਾ ਅਸਰ ਉਸ ਵੇਲੇ ਤਾਂ ਨਹੀਂ ਹੋਇਆ, ਪਰ ਕੁਝ ਲੀਡਰਾਂ ਨੇ ਇਸ ਗੱਲ ਨੂੰ ਸੀਰੀਅਸਲੀ ਲਿਆ। ਉਹਦੇ ਵਿੱਚ ਜਸ਼ਵੰਤ ਸਿਨਹਾ ਜਿਹੜੇ ਬੀਜੇਪੀ ਤੋਂ ਤ੍ਰਿਣਮੂਲ ਕਾਂਗਰਸ 'ਚ ਗਏ ਸੀ, ਸ਼ਰਦ ਪਵਾਰ ਆ, RLD ਆ, ਨੈਸ਼ਨਲ ਕਾਨਫਰੰਸ ਆ, ਆਮ ਆਦਮੀ ਪਾਰਟੀ ਆ ਤੇ ਹੋਰ ਵੀ ਕੁਝ ਜਿਹੜੀਆਂ ਸੱਜੇ ਖੱਬੇ ਪਾਰਟੀਆਂ ਨੇ, ਸਪਾ ਹੈ ਉਹਦੇ 'ਚ, ਆਮ ਆਦਮੀ ਪਾਰਟੀ ਆ, JDU ਆ, ਉਹਨਾਂ ਨੇ ਹੁਣ ਕੋਸ਼ਿਸ਼ ਕੀਤੀ ਆ ਤੇ ਇਦਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਠਜੋੜ ਅਜਿਹਾ ਬਣੇਗਾ। ਹਾਲਾਂਕਿ ਕਾਂਗਰਸ ਉਹਦੇ 'ਚ ਸ਼ਾਮਲ ਨਹੀਂ ਹੈ ਤੇ ਹੈਰਾਨੀ ਦੀ ਗੱਲ ਇਹ ਹੋਈ ਆ ਕਿ ਸ਼ਰਦ ਪਵਾਰ ਮੀਟਿੰਗ ਕਰ ਰਹੇ ਸੀ ਤੇ ਸ਼ਿਵ ਸੈਨਾ ਉਹਦੇ 'ਚ ਸ਼ਾਮਲ ਨਹੀਂ ਸੀ, ਜਿਹੜੀ ਉਹਨਾਂ ਦੀ ਭਾਈਵਾਲੀ ਪਾਰਟੀ ਆ ਮਹਾਰਾਸ਼ਟਰ 'ਚ। ਕੱਲ ਵੀ ਕੁਲਦੀਪ ਜੀ ਸਾਡੇ ਨਾਲ ਇਸੇ ਪ੍ਰੋਗਰਾਮ 'ਚ ਸ਼ਾਮਲ ਸੀ ਤੇ ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਉੱਥੇ ਕੁਝ ਹੋਣ ਦੀ ਘਟਨਾ ਜਿਹੜੀ ਆ, ਹੋ ਸਕਦਾ ਕਿ ਉੱਥੇ ਸਰਕਾਰ ਦੇ ਵਿੱਚ ਕੁਝ ਹਿਲਜੁਲ ਹੋਵੇ। ਹਾਲਾਂਕਿ 24 ਹਲੇ ਦੂਰ ਆ ਜੀ, ਪਰ ਫਿਰ ਵੀ ਇਹ ਜਿਹੜੀਆਂ ਮੀਟਿੰਗਸ ਹੋਣੀਆਂ ਸ਼ੁਰੂ ਹੋ ਗਈਆਂ। ਜੇ ਮੌਕੇ ਬੇਮੌਕੇ ਇਦਾਂ ਦਾ ਕੋਈ ਸਿਆਸੀ ਗੱਠਜੋੜ ਇੱਕ ਬਣਦਾ ਆ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ, ਬੀਜੇਪੀ ਦੀਆਂ ਕੀਤੀਆਂ ਹੋਈਆਂ ਨੀਤੀਆਂ ਨੂੰ, ਕੀਤੇ ਹੋਏ ਸਵਾਲਾਂ ਨੂੰ, ਕੀਤੇ ਹੋਏ ਕੰਮਾਂ ਨੂੰ, ਜੇ ਆਮ ਲੋਕਾਂ ਤੱਕ ਇਹ ਗੱਠਜੋੜ ਆਪਣੇ ਆਪਣੇ ਲੈਵਲ ਤੇ, ਜਿਹੜੀਆਂ ਗੱਠਜੋੜ ਦੀਆਂ ਪਾਰਟੀਆਂ ਨੇ ਜੀ, ਇਹ ਆਪਣੇ ਆਪਣੇ ਲੈਵਲ ਤੇ ਜੇ ਆਪਣੇ ਆਪਣੇ ਸਟੇਟ 'ਚ ਫੈਲਾ ਸਕੀਆਂ, ਲੋਕਾਂ ਤੱਕ ਆਪਣੀ ਗੱਲ ਦੱਸ ਸਕੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਦਲਾਵ ਦੀ ਜਿਹੜੀ ਸਥਿਤੀ ਆ ਉਹ ਬਣ ਸਕੇਗੀ। ਹਾਲਾਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ 24 ਹਾਲੇ ਦੂਰ ਆ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਜੇ ਅਸੀਂ ਗੱਲ ਕਰੀਏ ਬਿਲਗਾ ਸਾਹਿਬ ਹੁਣ ਜੰਮੂ ਕਸ਼ਮੀਰ ਦੀ ਤੇ ਉੱਥੇ ਇਸ ਵੇਲੇ ਸਿਆਸੀ ਹਲਚਲ ਕਿੱਦਾਂ ਚੱਲ ਰਹੀ ਹੈ? ਜੰਮੂ ਕਸ਼ਮੀਰ ਜਦੋਂ 5 ਅਗਸਤ 2019 ਨੂੰ ਇੱਕ ਬਹੁਤ ਵੱਡੇ ਬਦਲਾਅ ਉਹਦੇ ਵਿੱਚ ਆ ਗਿਆ ਵੀ 370 ਉੱਥੋਂ ਬੀਜੇਪੀ ਸਰਕਾਰ ਨੇ ਖਤਮ ਕਰ ਦਿੱਤੀ ਤੇ ਉਸ ਤੋਂ ਪਹਿਲਾਂ ਜਿੰਨੀ ਉੱਥੇ ਫੋਰਸ ਲਾਈ ਗਈ, ਪੈਰਾਮਿਲਟਰੀ ਫੋਰਸ ਲਾਈ ਗਈ, ਲੋਕਲ ਪੁਲਿਸ ਲਾਈ ਗਈ, ਉਹ ਤੋਂ ਅਸਾਰ ਲੱਗਦੇ ਸੀ ਕੋਈ ਵੱਡਾ ਹੋਣ ਵਾਲਾ। ਜੰਮੂ ਕਸ਼ਮੀਰ ਨੂੰ 370 ਦੇ ਅਧੀਨ ਖਾਸ ਜਿਹੜੀਆਂ ਸਹੂਲਤਾਂ ਮਿਲੀਆਂ ਹੋਈਆਂ ਸੀ, ਜਿਹਦਾ ਬੀਜੇਪੀ ਸ਼ੁਰੂਆਤੀ ਦੌਰ ਤੋਂ ਹੀ ਇਸ ਗੱਲ ਦਾ ਵਿਰੋਧ ਕਰਦੀ ਆਈ ਹੈ ਤੇ ਬੀਜੇਪੀ ਕੋ ਬਹੁਤ ਬਹੁਮਤ ਜ਼ਿਆਦਾ ਸੀ ਤਾਂ ਉਹਨਾਂ ਨੇ ਇਹ ਫੈਸਲਾ ਜਿਹੜਾ ਸਖਤੀ ਦੇ ਨਾਲ ਉੱਥੇ ਲਾਗੂ ਵੀ ਕਰ ਦਿੱਤਾ, ਜਿਹਦੇ ਵਿੱਚ ਲਦਾਖ ਜਿਹੜਾ ਸੀਗਾ ਉਹ ਵੱਖਰਾ ਸੂਬਾ ਬਣਾਤਾ ਤੇ ਜਿਹੜਾ ਜੰਮੂ ਕਸ਼ਮੀਰ ਸੀਗਾ ਤੇ ਉਹਨੂੰ ਉਹਨਾਂ ਨੇ ਛੋਟਾ ਇੱਕ ਕੇਂਦਰ ਸ਼ਾਸਿਤ ਰਾਜ ਬਣਾ ਦਿੱਤਾ। ਉਸ ਨੂੰ ਲੈ ਕੇ ਬੜਾ ਲੰਬਾ ਸਮਾਂ ਉੱਥੇ ਦੇ ਜਿਹੜੇ ਲੋਕਲ ਰਾਜਨੀਤਿਕ ਲੀਡਰ ਆ ਉਹਨਾਂ ਨੂੰ ਨਜ਼ਰਬੰਦ ਘਰਾਂ ਦੇ ਵਿੱਚ ਵੀ ਕੀਤਾ ਗਿਆ, ਜਿਹੜੇ ਕੋਈ ਹੋਰ ਲੀਡਰ ਸੀ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ 'ਚ ਵੀ ਸਿੱਟਿਆ ਗਿਆ ਤੇ ਕਹਿ ਸਕਦੇ ਆ ਕਿ ਜਿਹੜੀ ਕਰਫਿਊ ਵਾਲੀ ਸਥਿਤੀ ਆ ਜਾਂ ਪੂਰਾ ਭਾਰਤ ਨਾਲ ਉਸ ਵੇਲੇ ਇੰਟਰਨੈਟ ਰਾਹੀਂ ਵੀ ਬੰਦ ਜਾਂ ਪੂਰਾ ਤੋੜ ਦਿੱਤਾ ਗਿਆ ਸੀ ਉਸ ਵੇਲੇ, ਜਿੰਨੇ ਉਸ ਵੇਲੇ ਤੱਕ ਕੋਈ ਜਿਹੜੇ ਸੀਗੇ ਸੈਲਾਨੀ ਆਏ ਸੀ ਉਹਨਾਂ ਨੂੰ ਵੀ ਉਸ ਤਰੀਕ ਤੋਂ ਪਹਿਲਾਂ ਜੰਮੂ ਕਸ਼ਮੀਰ ਛੱਡਣ ਲਈ ਸਰਕਾਰ ਵੱਲੋਂ ਆਦੇਸ਼ ਹੋ ਗਏ ਸੀ। ਤੇ ਉਹ ਜਿਹੜਾ ਪਿਛਲੇ 1.5-2 ਸਾਲ ਦਾ ਜਿਹੜਾ ਇਹ ਸਮਾਂ ਸੀਗਾ ਜੰਮੂ ਕਸ਼ਮੀਰ ਦੇ ਲੋਕਾਂ ਲਈ ਇਹ ਬੜਾ ਸਮਾਂ ਭਿਆਨਕ ਸੀ, ਕਿਉਂਕਿ ਹੁਣ ਵੀ ਦੱਸਿਆ ਜਾਂਦਾ ਹੈ ਕਿ ਜੇ 3 ਬੰਦਿਆਂ ਦੇ ਮਗਰ ਇੱਕ ਉੱਥੇ ਇੱਕ ਸੁਰੱਖਿਆ ਕਰਮੀ ਖੜਾ ਹੈ ਗਨ ਲੈ ਕੇ। ਚਾਹੇ ਇਸ ਬੀਜੇਪੀ ਸਰਕਾਰ ਨੇ ਉਸ ਵੇਲੇ ਆਪਣਾ ਇਹ ਫੈਸਲਾ ਬੜੀ ਸਖਤੀ ਨਾਲ ਲਾਗੂ ਕਰ ਲਿਆ, ਪਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹ ਫੈਸਲਾ ਜਿਹੜਾ ਸਰਕਾਰ ਦਾ ਬੀਜੇਪੀ ਦਾ ਹਜਮ ਨਹੀਂ ਹੋਇਆ। ਕਾਫੀ ਦੇਰ ਤੋਂ ਉੱਥੇ ਦੇ ਲੋਕਲ ਗਰੁੱਪਾਂ ਨੇ, ਲੋਕਲ ਲੀਡਰਾਂ ਨੇ ਇਸ ਗੱਲ ਦਾ ਦਬਾਅ ਬਣਾਇਆ ਹੋਇਆ ਆ ਵੀ ਜੰਮੂ ਕਸ਼ਮੀਰ ਜਿਹੜਾ ਸੀ ਜਿਉਂਦਾ ਤਿਉਂ ਉਹ ਸਾਨੂੰ ਫੇਰ ਦੁਬਾਰਾ ਚਾਹੀਦਾ। ਪਰ ਇਹ ਜਿਹੜੀ ਗੱਲਬਾਤ ਆ ਇਹ ਹੋਣ ਦੇ ਅਸਾਰ ਤਾਂ ਹੈ ਨਹੀਂ, ਕਿਉਂਕਿ ਲਦਾਖ ਇੱਕ ਵੱਖਰਾ ਸੂਬਾ ਬਣ ਚੁੱਕਾ ਆ ਤੇ ਇਹਦੇ ਨਾਲ ਹੀ ਹਜੇ ਤੱਕ ਉੱਥੇ ਇਲੈਕਸ਼ਨ ਪ੍ਰੋਸੈਸ ਆ ਜਿਹੜਾ ਉਹ ਵੀ ਉਸ ਵੇਲੇ ਦਾ ਉਦਾਂ ਹੀ ਖੜਾ ਆ। ਲੱਗ ਰਿਹਾ ਸੀ ਕਿ ਬੀਜੇਪੀ ਆਪਣੇ ਹਿਸਾਬ ਦੇ ਨਾਲ ਹਲਕਿਆਂ ਦੀ ਜਿਹੜੀ ਹਲਕਾਬੰਦੀ ਦੁਆਰਾ ਕਰਕੇ ਆਪਣੇ ਹਿਸਾਬ ਦੇ ਨਾਲ ਜਿਹੜੇ ਜਿੱਥੇ ਹਿੰਦੂ ਬਹੁਲਤਾ ਵਾਲੇ ਖੇਤਰ ਆ ਉਹਨਾਂ ਨੂੰ ਲੱਗ ਕਰਕੇ ਦੁਬਾਰਾ ਜਿਹੜੀ ਉੱਥੇ ਵੋਟਰ ਸੂਚੀਆਂ ਤਿਆਰ ਕਰੂਗੀ ਤਾਂ ਫਿਰ ਦੁਬਾਰਾ ਇਲੈਕਸ਼ਨ ਕਰਾਊਗੀ। ਅੰਦਰ ਖਾਤੇ ਜਿਵੇਂ ਕਿ ਸ਼ਰਮਾ ਜੀ ਨੇ ਪਹਿਲਾਂ ਦੱਸਿਆ ਵੀ ਇਸ ਵੇਲੇ ਮੋਦੀ ਸਰਕਾਰ ਜੇ ਸਟੇਜ ਤੇ ਪਹੁੰਚ ਗਈ ਸੀ ਭਾਰਤ ਦੀ ਰਾਜਨੀਤੀ ਤੇ ਉਹਦੇ ਤੇ ਬਣੇ ਰਹਿਣਾ ਉਹ ਬੀਜੇਪੀ ਲਈ ਬੜਾ ਔਖਾ ਸੀ ਤੇ ਸਫਬੰਦੀਆਂ ਜਿਹੜੀਆਂ ਆ ਬੀਜੇਪੀ ਸਰਕਾਰ ਦੇ ਖਿਲਾਫ ਜਿਹੜੀਆਂ ਬਾਕੀ ਸਾਰੀਆਂ ਪਾਰਟੀਆਂ ਕਰਨ ਲੱਗ ਪਈਆਂ। ਇਹ ਆਪਾਂ ਕਹਿ ਸਕਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਹਲਚਲ ਹੋਈ ਆ ਪੀਪਲ ਅਲਾਈਅੰਸ ਫਾਰ ਗੁਪਕਾਰ ਡੈਕਲੇਰੇਸ਼ਨ ਇੱਕ ਉੱਥੇ ਦਾ ਸਮੂਹ ਆ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਇਹ ਸਾਰੇ ਨੁਮਾਇੰਦੇ ਆ, ਉਹਨਾਂ ਦਾ ਇਹ ਮੰਨਣਾ ਆ ਕਿ ਜੰਮੂ ਕਸ਼ਮੀਰ ਦੇ ਸੰਬੰਧ ਵਿੱਚ ਜੋ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੀਂ ਇੱਕ ਮੀਟਿੰਗ ਸੱਦੀ ਗਈ ਆ ਉਹਦੇ ਵਿੱਚ ਉਹਨਾਂ ਨੇ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੰਮੂ ਕਸ਼ਮੀਰ ਦੇ ਜਿਹੜੇ ਪਹਿਲਾਂ ਵਾਲੇ ਅਧਿਕਾਰ ਆ 5 ਅਗਸਤ 2019 ਤੋਂ ਵਾਲੇ ਅਸੀਂ ਉਹਨਾਂ ਦੀ ਮੰਗ ਕਰਾਂਗੇ ਕਿ ਸਾਨੂੰ ਉਹੀ ਅਧਿਕਾਰ ਜੰਮੂ ਕਸ਼ਮੀਰ ਨੂੰ ਦਿੱਤੇ ਜਾਣ। ਦੂਸਰਾ ਉਹਨਾਂ ਨੇ ਮੰਗ ਕੀਤੀ ਆ ਕਿ ਜੰਮੂ ਕਸ਼ਮੀਰ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਵੱਖ-ਵੱਖ ਦੇਸ਼ ਦੇ ਰਾਜਾਂ ਦੇ ਵਿੱਚ ਕੈਦੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਤਬਦੀਲ ਕਰਕੇ ਉਹ ਜੰਮੂ ਕਸ਼ਮੀਰ ਵਿੱਚ ਹੀ ਭੇਜਿਆ ਜਾਵੇ। ਤੇ ਨਾਲ ਉਹਨੇ ਇਹ ਕੀਤੀ ਵੀ ਜਿਹੜੇ ਪਿਛਲੇ 2 ਸਾਲ ਦੇ ਦੌਰਾਨ ਰਾਜਨੀਤਿਕ ਤੌਰ ਤੇ ਤੁਸੀਂ ਲੋਕ ਫੜ ਕੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਵੀ ਉਹਨਾਂ ਨੂੰ ਜਿਹੜੀ ਤੁਰੰਤ ਰਿਹਾਈ ਕੀਤੀ ਜਾਵੇ। ਤੇ ਨਾਲ ਜਿਹੜਾ ਉਹਨਾਂ ਨੇ ਗੱਲ ਕੀਤੀ ਆ ਜਿਹੜਾ CPM ਦੇ ਜਿਹੜੇ ਕਾਮਰੇਡ ਮੁਹੰਮਦ ਯੂਸਫ ਤਾਰੀ ਮਾਰੀ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਹੋ ਹੀ ਮੰਗਾਂਗੇ ਜੋ ਸਾਡਾ ਸੀ, ਸਾਡਾ ਹੈ ਤੇ ਸਾਡੇ ਨਾਲ ਰਹਿਣਾ ਚਾਹੁੰਦਾ। ਉਹਨਾਂ ਦਾ ਇੱਕ ਕਹਿਣ ਆ ਕਿ ਜਿਹੜਾ ਲਦਾਖ ਨੂੰ ਤੁਸੀਂ ਸਾਡੇ ਨਾਲ ਵੱਖਰਾ ਕੀਤਾ ਆ ਇਹ ਅਸੀਂ ਕਦੀ ਮਨਜ਼ੂਰ ਨਹੀਂ ਕਰਾਂਗੇ ਤੇ ਇਹ ਸਾਨੂੰ ਵਾਪਸ ਚਾਹੀਦਾ ਆ। PDP ਦੇ ਮਹਿਬੂਬਾ ਮੁਫਤੀ ਜੀ ਵੀ ਉਸ ਮੀਟਿੰਗ ਸ਼ਾਮਲ ਹੋ ਰਹੇ ਆ, ਨੈਸ਼ਨਲ ਕਾਨਫਰੰਸ ਦੇ ਡਾਕਟਰ ਫਰੂਕ ਅਬਦੁੱਲਾ ਵੀ ਸ਼ਾਮਲ ਹੋ ਰਹੇ ਆ, CPI ਦੇ ਆਗੂ ਜਿਹੜੇ ਮੁਹੰਮਦ ਯੂਸਫ ਤਾਰੀਗਾਰੀ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਆ। ਸਾਰੇ ਦਲਾਂ ਨੂੰ ਵੱਖ ਤੌਰ ਤੇ ਸੱਦੇ ਜਿਹੜੇ ਆ ਜੰਮੂ ਕਸ਼ਮੀਰ ਵਿੱਚ ਲੀਡਰਾਂ ਨੂੰ ਪਹੁੰਚ ਚੁੱਕੇ ਆ ਤੇ ਮੀਟਿੰਗ ਦੇਖਦੇ ਆ ਇਹਦਾ ਕੀ ਹੱਲ ਨਿਕਲਦਾ। ਪਰ ਇੱਕ ਗੱਲ ਸਪਸ਼ਟ ਆ ਜੋ ਸਾਡੀਆਂ ਇਸ ਗੱਲ ਤੇ ਕੰਸੋਆਂ ਸੁਣਨ ਨੂੰ ਮਿਲ ਰਹੀਆਂ ਵੀ ਲਦਾਖ ਨੂੰ ਦੁਬਾਰਾ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਜੋੜਿਆ ਜਾ ਰਿਹਾ, ਪਰ ਕਿਤੇ ਨਾ ਕਿਤੇ ਬੀਜੇਪੀ ਹੁਣ ਉੱਥੇ ਇੱਕ ਲੋਕਤੰਤਰਿਕ ਸਰਕਾਰ ਦੀ ਦੁਬਾਰਾ ਚੋਣ ਕਰਾਉਣ ਲਈ ਜੰਮੂ ਕਸ਼ਮੀਰ ਨੂੰ ਹੋ ਸਕਦਾ ਕਿ ਅੱਗੇ ਤਾਂ ਅਰਧ ਰਾਜ ਦਾ ਦਰਜਾ ਆ ਜਿਵੇਂ ਕਿ ਦਿੱਲੀ ਅਰਧ ਰਾਜ ਆ, ਇਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਮਿਲ ਸਕਦਾ, ਪਰ ਲੇਹ ਲਦਾਖ ਜਿਹੜਾ ਦੁਬਾਰਾ ਉਹ ਜੰਮੂ ਕਸ਼ਮੀਰ ਦੇ ਨਾਲ ਨਹੀਂ ਜੋੜਿਆ ਜਾਊਗਾ। ਇਹ ਕੰਸੋਆਂ ਆ ਰਹੀਆਂ ਜੀ। ਮਾਹਿਰ ਮਹਿਮਾਨਾਂ ਦੇ ਨਾਲ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਵਕਫੇ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਜੰਮੂ ਕਸ਼ਮੀਰ ਦੀ ਸਿਆਸਤ ਬਾਰੇ ਤੁਹਾਡੇ ਸਮੀਕਰਨ ਕੀ ਕਹਿੰਦੇ ਨੇ? ਦੇਖੋ, ਸਿਆਸਤ ਜਿਹੜੀ ਆ ਉਹ ਬਹੁਤ ਭਖੀ ਹੋਈ ਆ ਸਾਰੇ ਮੁਲਕ ਦੇ ਵਿੱਚ।
ਬੀਜੇਪੀ ਨੇ ਜਿੱਦਾਂ ਦੀ ਸਿਆਸਤ ਹੁਣ ਤੱਕ ਕੀਤੀ ਆ, ਜੀ। ਜਿੱਦਾਂ ਪਿਛਲੀ ਵਾਰ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ 에ਅਰ ਸਟ੍ਰਾਈਕ ਕਰਵਾਈਆਂ ਸੀ ਤੇ ਇੱਥੇ ਇੱਕ ਬਹੁਤ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿਹਦੀ ਹੁਣ ਤੱਕ ਜਾਂਚ ਨਹੀਂ ਹੋ ਸਕੀ ਕਿ ਉਹ ਕੀ ਹੋਇਆ ਸੀ ਤੇ ਕਿਉਂ ਹੋਇਆ ਸੀ। BSF ਦੀ ਇੱਕ ਕਾਨਵਾਈ ਜਾ ਰਹੀ ਸੀ ਤੇ ਉਹਦੇ ਵਿੱਚ ਸੈਂਟਰ 'ਚ ਇੱਕ ਬੱਸ ਨੂੰ ਤੇ ਅਟੈਕ ਹੋਇਆ ਸੀ ਤੇ ਕਾਫੀ ਸਾਰੇ ਨੌਜਵਾਨ ਜਿਹੜੇ ਸਾਡੇ ਫੌਜ ਦੇ ਸੀਗੇ ਉਹ ਮਾਰੇ ਗਏ ਸੀ। ਉਸ ਤੋਂ ਬਾਅਦ 에ਅਰ ਸਟ੍ਰਾਈਕ ਕੀਤੀਆਂ ਗਈਆਂ ਤੇ ਉਹਨਾਂ ਦਾ ਪੂਰਾ ਲਾਹਾ ਇਸ ਸਰਕਾਰ ਨੇ ਲਿਆ ਸੀ ਇਲੈਕਸ਼ਨਸ ਦੇ ਦੌਰਾਨ। ਜੀ, ਸਾਫ਼-ਸਾਫ਼ ਇਹਨਾਂ ਨੇ ਫੌਜੀਆਂ ਦੀ ਮੌਤ ਦੇ ਨਾਂ ਤੇ ਵੋਟਾਂ ਮੰਗੀਆਂ ਸੀ। ਬੀਜੇਪੀ ਨੇ ਬਿਲਕੁਲ ਬੀਜੇਪੀ ਦੀ ਗੱਲ ਕਰਦੇ ਹਾਂ ਅਸੀਂ। ਤੇ ਹੁਣ ਜੋ ਹਾਲਾਤ ਬਣੇ ਹੋਏ ਨੇ ਯੂਪੀ ਦੇ ਵਿੱਚ ਇਲੈਕਸ਼ਨਸ ਨੇ ਤੇ ਜੰਮੂ ਐਂਡ ਕਸ਼ਮੀਰ ਨੂੰ ਫਿਰ ਤੋਂ ਕੇਂਦਰਿਤ ਕੀਤਾ ਜਾ ਰਿਹਾ। ਉੱਥੇ ਫੌਜ ਫਿਰ ਭੇਜੀ ਜਾ ਰਹੀ ਹੈ, ਉਹਨਾਂ ਲੀਡਰਾਂ ਨੂੰ ਬੁਲਾਇਆ ਜਾ ਰਿਹਾ ਜਿਹੜੇ 2 ਸਾਲ ਨਜ਼ਰਬੰਦ ਰਹੇ ਨੇ। ਜੀ, ਉਹ ਬਿਲਕੁਲ ਸੱਤਾ 'ਚ ਆਉਣਾ ਚਾਹੁੰਦੇ ਨੇ ਜਾਂ ਸੱਤਾ ਦਾ ਸੁੱਖ ਭੋਗਣਾ ਚਾਹੁੰਦੇ ਨੇ, ਕਿਉਂਕਿ ਜਿਹੜੇ ਲੀਡਰ ਨੇ ਇਹਨਾਂ ਦਾ ਤਾਂ ਕੰਮ ਹੀ ਰਾਜਨੀਤੀ ਕਰਨੀ ਆ ਤੇ ਸੱਤਾ ਦੇ ਵਿੱਚ ਬਣੇ ਰਹਿਣਾ ਇਹਨਾਂ ਦੀ ਕੋਸ਼ਿਸ਼ ਹੈ। ਉੱਥੋਂ ਜਿਹੜਾ ਇਹਨਾਂ ਦਾ ਗੁਪਕਾਰ ਅਲਾਈਅੰਸ ਬਣਿਆ ਸੀ ਉਹਦੇ 'ਚੋਂ ਕਾਂਗਰਸ ਸ਼ਾਇਦ ਬਾਹਰ ਨਿਕਲ ਗਈ ਆ, ਕਿਉਂਕਿ ਉਹ ਰਾਸ਼ਟਰੀ ਪਾਰਟੀ ਹੋਣ ਕਰਕੇ ਉਹ ਇਸ ਕਸ਼ਮਕਸ਼ 'ਚ ਫਸੇ ਹੋਏ ਆ ਕਿ 370 ਦਾ ਸਾਥ ਦਈਏ ਕਿ 370 ਦਾ ਵਿਰੋਧ ਕਰੀਏ। ਉੱਥੇ GC ਮੁਰਮੂ ਤੋਂ ਸ਼ੁਰੂ ਹੋਈ ਸੀ, ਉਹਨਾਂ ਨੂੰ LG ਬਣਾਇਆ ਗਿਆ ਸੀ। ਬਾਅਦ ਵਿੱਚ BJP ਤੋਂ ਲੱਗਦਾ ਸੀਗਾ ਕਿ ਯੂਪੀ ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਜਾਂ ਸ਼ਾਇਦ ਉਪ ਮੁੱਖ ਮੰਤਰੀ ਤਾਂ ਬਣਾਇਆ ਜਾਊਗਾ, ਪਰ ਉਸ ਮਨੋਜ ਸਿਨਹਾ ਨੂੰ ਇੱਥੇ ਗਵਰਨਰ ਲਾ ਦਿੱਤਾ ਗਿਆ ਜੰਮੂ ਐਂਡ ਕਸ਼ਮੀਰ ਦੇ ਵਿੱਚ। ਉਹਨਾਂ ਨੇ ਉੱਥੇ ਕਾਫੀ ਕੰਮ ਕੀਤਾ, ਬੈਕ ਟੂ ਵਿਲੇਜ, ਬੈਕ ਟੂ ਟਾਊਨ, ਕਾਫੀ ਉਹਨਾਂ ਨੇ ਸਰਕਾਰ ਨੂੰ ਲੋਕਾਂ ਦੇ ਪਿੰਡਾਂ ਤੱਕ ਅਧਿਕਾਰੀਆਂ ਨੂੰ ਲੈ ਕੇ ਗਏ। ਜੰਮੂ ਕਸ਼ਮੀਰ ਦੇ ਵਿੱਚ ਕਾਫੀ ਚੰਗੇ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ। 20 ਅਗਸਤ ਜਦੋਂ ਉਹਨਾਂ ਦੀ ਉੱਥੇ ਪੋਸਟਿੰਗ ਹੁੰਦੀ ਹੈ, ਉਹਦੇ 3 ਮਹੀਨੇ ਬਾਅਦ ਹੀ ਉਹਨਾਂ ਨੇ ਡਿਸਟ੍ਰਿਕਟ ਡਿਵੈਲਪਮੈਂਟ ਪ੍ਰਾਧਿਕਰਨ ਜਿਹੜਾ ਉੱਥੇ ਜ਼ਿਲ੍ਹਾ ਵਿਕਾਸ ਬੋਰਡ ਆ ਉਹਦੇ ਇਲੈਕਸ਼ਨ ਕਰਵਾਏ। ਕਾਫੀ ਚੰਗੇ ਰਿਜ਼ਲਟ ਸਾਹਮਣੇ ਆਏ। ਲੋਕਾਂ ਦੀ, ਹਰ ਜੰਮੂ ਐਂਡ ਕਸ਼ਮੀਰ ਦੇ ਨਾਗਰਿਕ ਦੀ 5 ਲੱਖ ਤੱਕ ਦੀ ਹੈਲਥ ਇੰਸ਼ੋਰੈਂਸ ਕੀਤੀ ਗਈ। ਹੁਣ ਜਿੱਦਾਂ ਦੇ ਹਾਲਾਤ ਬਣਾਏ ਆ, ਜਿਹੜੇ ਇਹਨਾਂ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਆ, ਉਹਨਾਂ ਨੇ ਵੀ ਬੀਤੇ ਦਿਨੀ ਉੱਥੇ ਵਿਜ਼ਿਟ ਵੀ ਕੀਤਾ ਤੇ ਉੱਥੇ ਸਾਰੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਆ, ਗਵਰਨਰ LG ਨਾਲ ਵੀ ਕੀਤੀ ਆ ਤੇ LG ਲੱਦਾਖ ਨਾਲ ਵੀ ਕੀਤੀ ਆ। 2-3 ਗੱਲਾਂ ਨੇ, ਜਾਂ ਤੇ ਉੱਥੇ ਫਿਰ ਇਹ ਕੁਝ ਅਜਿਹਾ ਕਰਨਗੇ ਜਿਹਦੇ ਨਾਲ ਨਾਰਮਲਾਈਜੇਸ਼ਨ ਵੱਲ ਨੂੰ ਪ੍ਰੋਸੈਸ ਮੁੜੇ। ਸਟੇਟ ਦੀ ਜਿਹੜੀ ਪਰਿਸੀਮਨ ਆ, ਜਿਹੜੀਆਂ MLA ਸੀਟਸ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਜਿੱਦਾਂ ਬਿਲਗਾਈ ਨੇ ਦੱਸਿਆ ਕਿ ਹੋ ਰਹੀ ਆ, ਉਹਨੂੰ ਜਲਦੀ ਕਰਕੇ ਵੋਟਾਂ ਦੀ ਸੁਧਾਈ ਕਰਕੇ ਵੋਟਰ ਲਿਸਟਾਂ ਨਵੀਆਂ ਛਾਪੀਆਂ ਜਾਣ ਤੇ ਅਗਲੇ ਸਾਲ ਇਲੈਕਸ਼ਨ ਕਰਵਾਈ ਜਾਵੇ। ਜਾਂ ਫਿਰ ਹੋ ਸਕਦਾ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਨਾਲ ਜੋੜ ਕੇ ਫਿਰ ਉੱਥੇ ਕੋਈ ਵੱਡੀ ਕਰਾਮਾਤ ਜਿਹੜੀ ਕੀਤੀ ਜਾਵੇ ਤੇ ਸਾਰੇ ਮੁਲਕ ਨੂੰ ਮੌਜੂਦਾ ਜਿਹੜੇ ਮੁੱਦੇ ਨੇ ਉਹਨਾਂ ਨੂੰ ਭੁਲਾ ਕੇ ਫਿਰ ਕਿਸੇ ਹੋਰ ਪਾਸੇ ਲਿਜਾਇਆ ਜਾਵੇ। ਇਹ ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਊਗਾ, ਕਿਉਂਕਿ ਖਬਰਾਂ ਇਦਾਂ ਦੀਆਂ ਵੀ ਆ ਰਹੀਆਂ ਕਿ ਇਹਨਾਂ ਨੇ ਪਿਛਲੀ ਵਾਰ ਕਿਹਾ ਸੀਗਾ ਕਿ 370 ਅਸੀਂ ਤੋੜ ਦਿੱਤਾ, ਸਾਡਾ ਅਗਲਾ ਨਿਸ਼ਾਨਾ ਜਿਹੜਾ ਉਹ POK ਹੋਵੇਗਾ। ਹੋ ਸਕਦਾ ਸਰਕਾਰ ਕੋਈ ਇਹੋ ਜਿਹਾ ਕਦਮ ਚੁੱਕੇ ਜਿਹਦੀ ਕਿਸੇ ਵੀ ਭਾਰਤੀ ਨੇ ਤਵੱਕੋ ਨਾ ਕੀਤੀ ਹੋਵੇ ਤੇ ਉਹ ਫਿਰ ਸਾਰੇ ਮੁੱਦਿਆਂ ਨੂੰ, ਜਿੱਦਾਂ ਅਸੀਂ ਕਹਿੰਦੇ ਨਾ ਕਿ ਆਈ ਵਾਸ਼ ਕਰ ਦਿੱਤਾ। ਪਹਿਲਾਂ ਤੁਸੀਂ ਇੱਧਰ ਦੇਖ ਰਹੇ ਸੀ, ਸਾਰੀ ਘਟਨਾ ਹੀ ਕੋਈ ਇਹੋ ਜਿਹੀ ਕਰ ਦਿੱਤੀ ਕਿ ਸਾਰਿਆਂ ਦਾ ਧਿਆਨ ਉੱਧਰ ਹੋ ਗਿਆ ਤੇ ਅਸੀਂ ਮੁੜ ਕੇ ਇਲੈਕਸ਼ਨ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਫਿੱਟ ਕਰ ਦਿੱਤਾ। ਜੀ ਸ਼ਰਮਾ ਜੀ, ਸੁਣਿਆ ਵੀ ਐਡੀਆਂ ਗੱਲਾਂ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਇੱਕ ਲੇਖ ਲਿਖਤਾ, ਨਰਿੰਦਰ ਮੋਦੀ ਨੇ। ਕੀ ਲਿਖਿਆ ਉਸ ਲੇਖ 'ਚ? ਉਸ ਲੇਖ 'ਚ ਉਹਨਾਂ ਨੇ ਮੁਖਤਸਰ ਜਿਹੀਆਂ 4-5 ਗੱਲਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਆਪਣੇ ਕੀਤੇ ਹੋਏ ਕੰਮਾਂ ਦੀ ਜਿਹੜੀ ਸ਼ਲਾਘਾ ਕੀਤੀ ਹੈ ਜਾਂ ਲੋਕਾਂ ਸਾਹਮਣੇ ਰੱਖਣ ਦੀ ਗੱਲ ਕੀਤੀ ਹੈ। ਬਹੁਤ ਸਾਰੀਆਂ ਯੋਜਨਾਵਾਂ ਉਹਨਾਂ ਨੇ ਸ਼ੁਰੂ ਕੀਤੀਆਂ ਜਦੋਂ ਦੇ ਉਹ ਪ੍ਰਧਾਨ ਮੰਤਰੀ ਬਣੇ ਨੇ। ਸਵੱਛ ਭਾਰਤ ਲੈ ਲਓ, ਮੇਕ ਇਨ ਇੰਡੀਆ ਲੈ ਲਓ, ਹੋਰ ਬਹੁਤ ਸਾਰੀਆਂ ਜਿੰਨਾ ਅਸੀਂ ਗੱਲ ਕਰ ਸਕਦੇ ਹਾਂ ਉਨੀਆਂ ਥੋੜ੍ਹੀਆਂ ਨੇ। ਪੂਰੇ ਦਾ ਪੂਰਾ ਪ੍ਰੋਗਰਾਮ ਤੁਸੀਂ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੀਆਂ ਗਈਆਂ ਯੋਜਨਾਵਾਂ ਤੇ ਕਰ ਸਕਦੇ ਹੋ। ਵਨ ਰਾਸ਼ਨ ਕਾਰਡ, ਵਨ ਨੇਸ਼ਨ ਦੀ ਉਹਨਾਂ ਨੇ ਗੱਲ ਕੀਤੀ। ਸਟੇਟਸ ਦੇ ਵਿੱਚ ਜਿਹੜਾ ਪ੍ਰਾਪਰਟੀ ਟੈਕਸ ਆ ਉਹਨਾਂ ਦੀ ਉਹਨਾਂ ਨੇ ਗੱਲ ਕੀਤੀ ਤੇ ਲਾਇਸੈਂਸਿੰਗ ਪ੍ਰਣਾਲੀ ਜਿਹੜੀ ਉਦਯੋਗਿਕ ਖੇਤਰ ਨੂੰ ਦਿੱਤੀ ਗਈ ਆ ਉਹਦੇ 'ਚ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਸਟੇਟਸ ਦੇ ਨਾਲ ਗੱਲ ਕਰਕੇ ਜਿਹੜੇ ਲਾਇਸੈਂਸ ਆ ਉਹਨਾਂ ਨੂੰ 7 ਤੱਕ ਲੈ ਆਏ ਆ ਤੇ ਈਜ਼ ਆਫ ਡੂਇੰਗ ਬਿਜ਼ਨਸ ਜਿਹੜਾ ਆ ਦੇਸ਼ ਦੇ ਵਿੱਚ ਬਿਜ਼ਨਸ ਕਰਨਾ ਜਾਂ ਇੰਡਸਟਰੀ ਲਾਉਣੀ ਜਿਹੜੀ ਉਹ ਸੌਖੀ ਹੋ ਗਈ ਆ, ਉਹਦੀ ਉਹਨਾਂ ਨੇ ਗੱਲ ਕੀਤੀ। ਨਾਲ ਦੀ ਨਾਲ ਉਹਨਾਂ ਨੇ ਗੱਲ ਕੀਤੀ ਕਿ ਜਿਹੜੀ ਬਿਜਲੀ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ ਉਹਨੂੰ ਅਸੀਂ ਵਾਪਸ ਲੈ ਕੇ ਤੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਗੱਲ ਕੀਤੀ ਉਹਨਾਂ ਨੇ, ਜਿਹੜੀ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਵੀ ਉਹ ਇੱਕ ਚਿੱਠੀ ਆਈ ਸੀ ਕਿ ਜੇ ਤੁਸੀਂ ਬਿਜਲੀ ਵਾਪਸ ਲੈ ਲਓ ਤਾਂ ਤੁਸੀਂ ਇੱਥੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਕਰੋ ਤੇ ਤੁਹਾਡਾ ਜਿਹੜਾ ਆ ਸਰਕਾਰ, ਜਿਹੜੀ ਸੈਂਟਰ ਸਰਕਾਰ ਆ, ਉਹ ਤੁਹਾਨੂੰ ਕਰਜ਼ ਜਿਹੜੀ ਆ ਵੱਧ ਦੇਵੇਗੀ। ਸਭ ਤੋਂ ਜ਼ਰੂਰੀ, ਜਿਹੜੀ ਸਭ ਤੋਂ ਪ੍ਰਮੁੱਖ ਉਹਨਾਂ ਨੇ ਗੱਲ ਦੱਸੀ ਕਿ ਪਿਛਲੇ ਸਾਲ ਦੇ ਦੌਰਾਨ ਸੈਂਟਰ ਦਾ ਸਟੇਟਸ ਨਾਲ ਰਿਲੇਸ਼ਨ ਜਿਹੜਾ ਉਹ ਵਧੀਆ ਹੋਇਆ। ਇਹ ਸਾਡੀ ਸਮਝ ਤੋਂ ਬਾਹਰ ਹੈ। ਉਹਨਾਂ ਨੇ ਇਹ ਕਿਹਾ ਕਿ ਸਰਕਾਰਾਂ ਨੇ, ਰਾਜ ਸਰਕਾਰਾਂ ਨੇ ਕੇਂਦਰ ਸਰਕਾਰ ਕੋਲੋਂ ਕਾਫੀ ਕਰਜ਼ਾ ਵੱਧ ਲਿਆ ਪਿਛਲੀ ਵਾਰ ਨਾਲੋਂ। ਇਹ ਕਿਹੋ ਜਿਹੇ ਰਿਲੇਸ਼ਨ ਨੇ ਕਿ ਤੁਸੀਂ ਸਰਕਾਰਾਂ ਨੂੰ, ਆਪਣੀਆਂ ਸਰਕਾਰਾਂ ਨੂੰ, ਸਟੇਟ ਗਵਰਨਮੈਂਟਸ ਨੂੰ ਕਰਜ਼ਾ ਵੱਧ ਦੇ ਰਹੇ ਹੋ। ਸਾਰੀ ਦੁਨੀਆ ਦੇ ਵਿੱਚ ਕਰੋਨਾ ਦੀ ਜਿਹੜੀ ਕਾਲ ਸੀ ਉਹਦੇ ਦੌਰਾਨ ਜਿਨ੍ਹਾਂ ਵੀ ਮੁਲਕਾਂ ਦੇ ਵਿੱਚ ਸਰਕਾਰਾਂ ਨੇ ਪੈਸੇ ਲੋਕਾਂ ਨੂੰ ਦਿੱਤੇ ਉਹਦਾ ਬੈਨੀਫਿਟ ਨਜ਼ਰ ਆਇਆ। ਸਾਰੇ ਯੂਰਪ ਦੀ ਗੱਲ ਕਰ ਲਓ, ਅਮਰੀਕਾ ਦੀ ਗੱਲ ਕਰ ਲਓ, ਕੈਨੇਡਾ ਦੀ ਗੱਲ ਕਰ ਲਓ, ਲੋਕਾਂ ਦਾ ਜਿਹੜਾ ਸੀਗਾ ਜੀਵਨ ਸੀਗਾ ਸੌਖਾ ਹੋਇਆ।
ਪਰ ਸਾਡੇ ਮੁਲਕ ਦੇ ਵਿੱਚ ਜਿਹਦਾ ਪਿਛਲੇ ਸਾਲ ਕਰੋਨਾ ਦੇ ਦੌਰਾਨ ਇਹਨਾਂ ਨੇ 20 ਲੱਖ ਕਰੋੜ ਦਾ ਜਿਹੜਾ ਇੱਕ ਆਰਥਿਕ ਪੈਕੇਜ ਦਿੱਤਾ ਸੀ, ਉਹਦੇ ਕੋਈ ਵੀ ਸਿੱਟੇ ਬਹੁਤੇ ਸਾਹਮਣੇ ਨਹੀਂ ਆਏ ਜੀ। 12 ਕਰੋੜ ਤੋਂ ਕਰੀਬ ਜਿਹੜੀ ਨੌਕਰੀ ਗਵਾਚੀ ਆ, ਉਹਦਾ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਜ਼ਿਕਰ ਨਹੀਂ ਕੀਤਾ। ਸੋ ਜਿਹੜੀ ਗੱਲਬਾਤ ਆ ਉਹ ਸਿਰਫ ਔਰ ਸਿਰਫ ਕੁਝ ਪਿਛਲੇ ਸਾਲਾਂ ਦੀਆਂ ਕੁਝ ਪ੍ਰਾਪਤੀਆਂ ਗਿਣਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ 'ਚ, ਪਰ ਕੋਈ ਚੰਗੀ ਜਿਹੜੀ ਗੱਲ ਆ ਜਾਂ ਕੋਈ ਢੁੱਕਵੀਂ ਜਿਹੜੀ ਗੱਲ ਆ ਉਹ ਸਾਹਮਣੇ ਨਹੀਂ ਆਈ। ਬਿਲਕੁਲ ਸਾਹਿਬ, ਪ੍ਰਧਾਨ ਮੰਤਰੀ ਦੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੈਸੇ ਤਾਂ ਜੇ ਆਪਾਂ ਗੁਜਰਾਤ ਦਾ ਜਿਹੜਾ ਸ਼ਾਸਨ ਸੀ ਉਹਨਾਂ ਦਾ 12-13 ਸਾਲ ਦਾ, ਉਹਨੂੰ ਵਿੱਚ ਪਾ ਲਈਏ ਤੇ 7 ਸਾਲ ਐਜ ਏ ਪ੍ਰਧਾਨ ਮੰਤਰੀ ਭਾਰਤ ਦੇ ਪਾ ਲਈਏ। ਸਵਲੀਨ ਜੀ, ਸ਼ਾਇਦ ਆਪਾਂ ਜੇ 1950 ਤੋਂ ਜਦੋਂ ਤੋਂ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਤੋਂ ਲੈ ਕੇ ਲਾਸਟ ਹੁਣ ਮੁੱਦੇ ਤੱਕ ਦੇਖੀਏ, ਜਿੰਨੀ ਬੇਭਰੋਸਗੀ, ਜਿੰਨੀ ਬੇਵਿਸ਼ਵਾਸੀ ਆਮ ਭਾਰਤ ਦੇ ਨਾਗਰਿਕਾਂ ਦੀ ਮੋਦੀ ਸਰਕਾਰ ਦੇ ਜਾਂ ਮੋਦੀ ਦੇ ਬਿਆਨਾਂ ਦੇ ਖਿਲਾਫ ਆ, ਜਾਂ ਲੋਕੀ ਇੱਕ ਆਪਣਾ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ ਵੀ ਇਹ ਬੰਦੇ ਨੇ ਜਦੋਂ ਮਨ ਕੀ ਬਾਤ ਚ ਬੋਲਣਾ ਆ ਤੇ ਇਹਨੇ ਬੋਲਣਾ ਕੀ ਹੈ ਤੇ ਕਰਨਾ ਕੀ ਹੈ। ਮਤਲਬ ਇੱਕ ਭਰੋਸਾ ਜਿਹੜਾ ਇੱਕ ਆਮ ਦੇਸ਼ ਦਾ ਮੁਖੀ ਆ, ਮਾਈ ਬਾਪ ਹੁੰਦਾ ਆ, ਦੇਸ਼ ਦੇ ਲੋਕਾਂ ਦਾ ਭਰੋਸਾ ਨਹੀਂ ਵੱਜ ਸਕਿਆ ਅਜੇ ਤੱਕ। ਹਰ ਗੱਲ ਨੂੰ ਕਿੱਦਾਂ ਲਾਗ ਲਪੇਟ ਕਰਕੇ ਕਰਨਾ ਹੈ, ਕਿੱਦਾਂ ਮਤਲਬ ਜਿਹੜੀ ਮੀਆਂ ਮਿੱਠੂ ਵਾਲੀ ਤੁਸੀਂ ਗੱਲ ਕੀ ਬਿਲਕੁਲ ਢੁੱਕਦੀ ਆ, ਪਰ ਲੋਕਾਂ ਨੂੰ ਵਿਸ਼ਵਾਸ ਹੈ ਨਹੀਂ ਪ੍ਰਧਾਨ ਮੰਤਰੀ ਤੇ, ਕਿਉਂਕਿ ਉਹਨਾਂ ਦੇ ਇੱਕ ਛਵੀ 7 ਸਾਲ ਦੇ ਵਿੱਚ ਇਦਾਂ ਦੀ ਬਣ ਗਈ ਆ ਵੀ ਜੋ ਬੰਦਾ ਕਹਿੰਦਾ ਆ ਉਹ ਕਰਦਾ ਨਹੀਂਗਾ, ਜੋ ਕਰਦਾ ਆ ਉਹ ਕਿਸੇ ਨੂੰ ਦੱਸਦਾ ਨਹੀਂ, ਕਿਉਂਕਿ ਉੱਥੇ ਜਿਹੜੀ ਇਸ ਵੇਲੇ ਜਿਹੜੀ ਦੇਖਦੇ ਆ ਕਿ ਦਿੱਲੀ ਦੇ ਵਿੱਚ 2 ਹੀ ਬੰਦੇ, ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ, ਔਰ ਅੱਜ ਤੱਕ ਇਹ ਡਾਕਟਰ ਮਨਮੋਹਨ ਸਿੰਘ ਨੂੰ ਜੋ ਕਿ ਆਰਥਿਕਤਾ ਦੇ ਧੁਰਾ ਮੰਨੇ ਗਏ ਆ, ਪੂਰੀ ਦੁਨੀਆ ਦਾ ਜਿਹੜਾ ਬਿਜ਼ਨਸ ਡੁੱਬ ਗਿਆ ਸੀ, ਪੂਰੀ ਦੁਨੀਆ 'ਚ ਮੰਦੀ ਚੱਲ ਰਹੀ ਸੀ, ਡਾਕਟਰ ਮਨਮੋਹਨ ਸਿੰਘ ਨੇ ਭਾਰਤ ਨੂੰ ਆਰਥਿਕਤਾ ਦੇ ਤੌਰ ਤੇ ਸਭ ਨੂੰ ਉੱਪਰ ਲਿਆਣ ਕੇ ਖੜਾ ਕੀਤਾ। ਜੋ ਕਹਿੰਦੇ ਹੁੰਦੇ ਉਹਨਾਂ ਦਾ ਜੋੜਿਆ ਸੀਗਾ, ਇਹ 7 ਸਾਲਾਂ ਦੇ ਵਿੱਚ ਸਾਰਾ ਕੁਝ ਰੋੜਤਾ ਹੀ ਨਹੀਂ, ਫੂਚ ਪਾਤਾ ਬੀਜੇਪੀ ਸਰਕਾਰ ਨੇ। ਨਾ ਇਹਨਾਂ ਕੋਲ ਕੋਈ ਢੰਗ ਤਰੀਕੇ ਦਾ ਕੋਈ ਅਗਲਾ ਪਲਾਨ ਆ, ਨਾ ਮੌਕੇ ਦਾ ਪਲਾਨ ਆ, ਤੇ ਇਸ ਕਰਕੇ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਆ ਉਹਨਾਂ ਨੂੰ ਲੁਕਾਉਣ ਲਈ ਲੱਛੇਦਾਰ ਭਾਸ਼ਣ ਦੇਣੇ, ਲੱਛੇਦਾਰ ਗੱਲਾਂ ਬਣਾ ਕੇ ਲੋਕਾਂ 'ਚ ਛੱਡਣੀਆਂ, ਜਾਂ ਇਹਨਾਂ ਦੇ ਆਈਟੀ ਸੈੱਲ ਵੱਲੋਂ ਪ੍ਰਧਾਨ ਮੰਤਰੀ ਦੀ ਜਿਹੜੀ ਛਵੀ ਆ ਉਹਨੂੰ ਇਦਾਂ ਦੀ ਪੇਸ਼ ਕਰਨਾ ਕਿ ਦੁਨੀਆ ਦਾ ਇੱਕੋ ਇੱਕ ਲੀਡਰ ਹੀ ਇਹ ਆ, ਇਦੋਂ ਵਧੀਆ ਲੀਡਰ ਹੈ ਨਹੀਂ। ਪਰ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸੀਗਾ ਉਹ ਤੁਸੀਂ ਦੇਖੋ, ਕਿੱਦਾਂ ਕੋਵਿਡ ਦੇ ਵਿੱਚ ਸਾਡੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਰੁੜੀਆਂ, ਅਸੀਂ ਅੱਖੀਂ ਦੇਖੀਆਂ, ਕਿੱਦਾਂ GST ਵੇਲੇ ਲੋਕ ਧਰਨੇ ਦੇ ਕੇ ਮਤਲਬ ਇਸ ਗੱਲ ਤੇ ਆਣ ਕੇ ਲੋਕੀ ਨਿਰਾਸ਼ ਹੋਏ ਆ। ਇਹ ਨਿਰਾਸ਼ਾ ਜਿਹੜੀ ਆ ਲੋਕਾਂ ਦੇ ਵਿੱਚ ਆ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਨਾਲ ਉਹ ਦੂਰ ਨਹੀਂ ਹੁੰਦੀ, ਤੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੂੰ ਗੰਭੀਰ ਜ਼ਰੂਰ ਹੋਣਾ ਚਾਹੀਦਾ। ਜੀ ਸ਼ਰਮਾ ਜੀ, ਜੇ ਚੱਲਦੇ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤੇ ਕੀ ਕਹਿੰਦੇ ਨੇ ਭਾਰਤ ਦੇ ਅੰਕੜੇ? ਕਰੋਨਾ 'ਚ ਅਸੀਂ ਪਿਛਲੇ 10-15 ਦਿਨ ਤੋਂ ਕਹਿ ਰਹੇ ਹਾਂ ਕਿ ਹਾਲਾਤ ਜਿਹੜੇ ਆ ਸੁਧਰਨੇ ਸ਼ੁਰੂ ਹੋ ਗਏ ਨੇ। 50,000 ਦੇ ਨਵੇਂ ਮਾਮਲੇ ਨੇ, 50,000 ਤੋਂ ਜ਼ਿਆਦਾ ਪੇਸ਼ੈਂਟ ਜਿਹੜੇ ਆ ਨਵੇਂ ਕੱਲ ਪਿਛਲੇ 24 ਘੰਟਿਆਂ 'ਚ ਸਾਡੇ ਸਾਹਮਣੇ ਆਏ ਨੇ। 1200 ਦੇ ਕਰੀਬ ਜਿਹੜੀ ਆ ਮੌਤ ਆ, 1200-1300 ਦੇ ਕਰੀਬ। ਜੇ ਪੰਜਾਬ ਦੀ ਗੱਲ ਕਰੀਏ, ਇਹ 4000 ਤੋਂ ਮੁੜ ਕੇ ਆਇਆ, ਅੰਕੜਾ ਘਟਦਾ ਜਾ ਰਿਹਾ ਨਾਲ। ਹਾਂਜੀ ਬਿਲਕੁਲ ਜੀ, 4000 ਤੋਂ ਵੀ 4,500 ਦੇ ਨੇੜੇ ਤੇੜੇ, 4400-4500 ਦੇ ਨੇੜੇ ਤੇੜੇ ਇੱਕ ਦਿਨ 'ਚ ਅੰਕੜਾ ਸੀ। ਸਵਲੀਨ ਨੂੰ ਤਾਂ ਤਰੀਕ ਵੀ ਯਾਦ ਆ, ਮਈ ਦੀ, ਉਹ ਪਹਿਲੇ ਹਫਤੇ ਦੀ ਜਦੋਂ ਪੀਕ ਤੇ ਸੀ। ਪਰ ਮੈਂ ਇੱਕ ਵਾਰ ਫੇਰ ਉਹ ਜ਼ੋਰ ਦੇ ਕੇ ਗੱਲ ਕਹਿਣਾ, ਹੁਣ ਤਾਂ ਪੱਕੀ ਯਾਦ ਹੋ ਗਈ ਕਿ ਇਹ ਸਰਕਾਰੀ ਅੰਕੜੇ ਨੇ। ਪੰਜਾਬ ਦੀ ਜੇ ਗੱਲ ਕਰੀਏ ਤਾਂ ਬੀਤੇ 24 ਘੰਟਿਆਂ 'ਚ 400 ਦੇ ਨੇੜੇ ਤੇੜੇ ਨਵੇਂ ਮਰੀਜ਼ ਸਾਹਮਣੇ ਆਏ ਨੇ, ਤੇ 23-24 ਜਿਹੜੀਆਂ ਨੇ ਮੌਤਾਂ, ਤੇ ਐਕਟਿਵ ਕੇਸਾਂ ਦੀ ਗਿਣਤੀ ਭਾਰਤ ਦੇ ਵਿੱਚ ਜਿਹੜੀ ਆ ਉਹ 6 ਲੱਖ ਦੇ ਨੇੜੇ ਤੇੜੇ, 6.5 ਲੱਖ ਰਹਿ ਗਈ ਆ। ਕੋਵਿਡ ਹਸਪੀਟਲ ਜਿਹੜੇ ਕਾਫੀ ਖਾਲੀ ਹੋ ਰਹੇ ਨੇ, ਆਕਸੀਜਨ ਦੀ ਸਪਲਾਈ ਜਿਹੜੀ ਆ ਨਾਰਮਲ ਹੋ ਗਈ ਆ। ਬਾਕੀ ਸਟੇਟਾਂ ਦਾ ਨਹੀਂ ਮੈਨੂੰ ਬਹੁਤ ਪਤਾ, ਪੰਜਾਬ ਦੇ ਵਿੱਚ ਤਾਂ ਕਮਰਸ਼ੀਅਲ ਸਪਲਾਈ ਵੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਇੱਕ ਇੰਟਰਸਟਿੰਗ ਫੈਕਟ ਇਹਦੇ ਵਿੱਚ ਇਹ ਆ ਸਵਲੀਨ ਜੀ ਕਿ ਬੀਤੇ ਦਿਨੀ ਯੋਗਾ ਡੇ ਸੀਗਾ, ਜਿਹੜਾ ਇੰਟਰਨੈਸ਼ਨਲ ਯੋਗਾ ਡੇ, ਉਹਦੇ ਦੌਰਾਨ ਇਹਨਾਂ ਨੇ ਵੱਡੀ ਟੀਕਾਕਰਨ ਮੁਹਿੰਮ ਚਲਾਈ ਸੀ, ਤੇ ਸਭ ਤੋਂ ਵੱਧ ਟੀਕੇ ਲਾਏ ਆ ਮੱਧ ਪ੍ਰਦੇਸ਼ ਨੇ। 16,90,000 ਦੇ ਨੇੜੇ ਤੇੜੇ, ਲਗਭਗ 17 ਲੱਖ ਟੀਕਾ ਬਿਲਗਾ ਸਾਹਿਬ ਉਹਨਾਂ ਨੇ ਇੱਕ ਦਿਨ ਚ ਲਾ ਕੇ ਰਿਕਾਰਡ ਬਣਾਤਾ ਜੀ। ਜਦੋਂ ਅਸੀਂ ਉਹਨਾਂ ਦਾ ਪਿਛਲਾ ਤਰੀਕਾ ਫੋਲਿਆ ਤੇ 21 ਤਰੀਕ ਨੂੰ ਜਿਹੜੀ ਸਰਕਾਰ 17 ਲੱਖ ਟੀਕਾ ਲਾਉਂਦੀ ਆ, ਸਵਲੀਨ ਜੀ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ 20 ਤਰੀਕ ਨੂੰ ਕਿੰਨੇ ਟੀਕੇ ਲਾਏ ਸੀ? ਦੱਸੋ। 692। ਅੱਛਾ। ਸੋ ਉਹਨਾਂ ਨੇ ਜਿਹੜੇ ਪਿਛਲੇ 2-4 ਦਿਨਾਂ 'ਚ ਟੀਕੇ ਨਹੀਂ ਲਾਏ, ਉਹ ਇਸ ਕਰਕੇ ਨਹੀਂ ਲਾਏ ਜਾਂ ਟੀਕਾਕਰਨ ਨੂੰ ਰੋਕੀ ਰੱਖਿਆ, ਜਾਂ ਫਿਰ ਉਹਦਾ ਸਟਾਕ ਕੀਤਾ ਕਿ ਅਸੀਂ ਇੱਕ ਰਿਕਾਰਡ ਬਣਾਉਣਾ ਆ। ਕਿਤੇ ਮਨੋਹਰ ਲਾਲ ਖੱਟਰ ਵਾਲੀ ਗੱਲ ਤੇ ਅਮਲ ਤਾਂ ਨਹੀਂ ਕਰ ਰਹੇ? ਉਹ ਕਹਿੰਦਾ ਹੌਲੀ-ਹੌਲੀ ਲਾਓ, ਮੁੱਕਣਾ ਜਾ। ਜੋ ਵੀ ਕਰ ਰਹੇ ਨੇ, ਜੋ ਵੀ ਕਹਿ ਰਹੇ ਨੇ, ਇਹਨਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ। ਬਾਅਦ ਵਿੱਚ ਸਰਕਾਰ ਨੇ ਕਿਹਾ ਕਿ ਉਹ ਅਸੀਂ ਇਸ ਕਰਕੇ ਘੱਟ ਲੱਗੇ ਕਿ ਉਸ ਦਿਨ ਐਤਵਾਰ ਸੀ। ਫਿਰ ਉਸ ਤੋਂ ਬਾਅਦ ਜਦੋਂ ਪਿਛਲੇ 3 ਹਫ਼ਤਿਆਂ ਦੇ ਐਤਵਾਰ ਦੇਖੇ ਗਏ ਤਾਂ ਉਹਨਾਂ 3 ਹਫ਼ਤਿਆਂ ਦੇ ਵਿੱਚ ਜਿਹੜੀ ਟੀਕਾਕਰਨ ਦੀ ਰਫ਼ਤਾਰ ਸੀ ਉਹ 1.5 ਲੱਖ ਤੋਂ ਜ਼ਿਆਦਾ ਸੀ, ਯਾਨੀ ਕਿ ਐਵਰੇਜ ਹਰ ਐਤਵਾਰ ਨੂੰ 1.5 ਲੱਖ ਟੀਕਾ ਲੱਗਦਾ। ਤੇ ਯੋਗਾ ਡੇ ਮਨਾਉਣ ਤੋਂ ਇੱਕ ਦਿਨ ਪਹਿਲਾਂ ਜਿਹੜੀ ਸਰਕਾਰ ਆ ਉਹ ਟੀਕੇ ਲਾ ਰਹੀ ਆ 692। ਉਹਨਾਂ ਦੇ ਵਿੱਚੋਂ 650 ਦੇ ਨੇੜੇ ਤੇੜੇ ਸੀਗੇ ਪਹਿਲੀ ਡੋਜ਼ ਦੇ, ਤੇ 50 ਟੀਕੇ ਜਿਹੜੇ ਸੀਗੇ ਨੇੜੇ ਤੇੜੇ, ਕੁਝ 40-50 ਦੇ ਨੇੜੇ ਤੇੜੇ ਦੂਜੀ ਡੋਜ਼ ਦੇ।
ਉਹਦੇ ਨਾਲ ਦੀ ਨਾਲ ਕੋਵਿਡ ਦੇ ਵਿੱਚ ਇੱਕ ਖਬਰ ਹੋਰ ਹੈ ਜੀ ਕਿ 28 ਜੂਨ ਤੋਂ ਪੰਜਾਬ ਸਰਕਾਰ ਸਾਰੇ ਜਿਹੜੇ ਮੈਡੀਕਲ ਕਾਲਜ ਉਹਨਾਂ ਨੂੰ ਸ਼ੁਰੂ ਕਰ ਰਹੀ ਹੈ ਜੀ। ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿਸੇ ਵੱਲੋਂ ਕਿ ਜਿਹੜੇ CBSE ਤੇ ICSE ਦੇ ਐਗਜ਼ਾਮ ਰੱਦ ਕੀਤੇ ਆ ਉਹਨਾਂ ਨੂੰ ਬਹਾਲ ਕੀਤਾ ਜਾਵੇ, ਬੱਚਿਆਂ ਨੂੰ ਪੇਪਰ ਦੇ ਦਿੱਤੇ ਜਾਣ। ਉਹ ਸੁਪਰੀਮ ਕੋਰਟ ਨੇ ਰੱਦ ਕਰਕੇ 30 ਤੇ 40 ਦਾ ਜਿਹੜਾ ਫਾਰਮੂਲਾ ਸੀ ਉੱਤੇ ਮੋਹਰ ਲਾ ਦਿੱਤੀ ਹੈ। ਰਿਜ਼ਲਟ ਡਿਕਲੇਅਰ ਕਰਨ ਨੂੰ ਕਹਿ ਦਿੱਤਾ ਤੇ ਕੁਝ ਦਿਨਾਂ 'ਚ ਜਿਹੜੇ ਰਿਜ਼ਲਟ ਆ ਉਹ ਆ ਜਾਣੇ ਨੇ। ਜੀ। ਇੱਕ ਹੋਰ ਜਿਹੜੀ ਖਤਰਨਾਕ ਗੱਲ ਆ, ਅਸੀਂ ਬੀਤੇ ਦਿਨਾਂ 'ਚ ਗੱਲ ਕੀਤੀ ਸੀ, ਡਾਕਟਰ ਗੁਲੇਰੀਆ ਦੇ ਬਿਆਨ ਨੂੰ ਦੱਸਿਆ ਗਿਆ ਸੀਗਾ ਕਿ ਡੈਲਟਾ ਜਿਹੜਾ ਪਲੱਸ ਵਰਜਨ ਆ ਜਾਂ ਤੀਸਰੀ ਲਹਿਰ ਜਿਹੜੀ ਆ ਉਹ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਛੇਤੀ ਆ ਸਕਦੀ ਆ। ਤੇ ਇਦਾਂ ਤੁਸੀਂ ਕਹਿ ਲਓ ਕਿ ਉਹਦੇ ਮਰੀਜ਼ ਜਿਹੜੇ ਆ ਉਹ 3 ਸਟੇਟਾਂ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ ਕੇਰਲਾ ਦੇ ਵਿੱਚ ਮਿਲੇ ਨੇ। ਹਾਲਾਂਕਿ ਉਹਨਾਂ ਦੀ ਗਿਣਤੀ ਜਿਹੜੀ ਉਹ 50 ਤੋਂ ਘੱਟ ਆ, ਪਰ ਜੇਕਰ ਸਰਕਾਰ ਨੇ ਸਾਵਧਾਨੀ ਨਾ ਵਰਤੀ ਤੇ ਉਹ ਜਿਹੜੀ ਗਿਣਤੀ ਆ ਆਉਣ ਵਾਲੇ ਦਿਨਾਂ 'ਚ ਵੱਧ ਸਕਦੀ ਆ। ਦਰਸ਼ਕਾਂ ਨੂੰ ਤੇ ਪੂਰੇ ਭਾਰਤ ਨੂੰ ਤੇ ਸਰਕਾਰਾਂ ਨੂੰ ਇਹੀ ਅਪੀਲ ਆ ਕਿ ਇਹਦੇ ਤੋਂ ਜਿੰਨੀ ਛੇਤੀ ਹੋ ਸਕੇ ਇਹ ਤੋਂ ਬਚਿਆ ਜਾਵੇ, ਇਹਦੇ ਜਿਹੜੇ ਪ੍ਰਬੰਧ ਆ ਉਹ ਕੀਤੇ ਜਾਣ। ਹਾਲਾਂਕਿ ਜਿਹੜਾ ਡੈਲਟਾ ਪਲੱਸ ਵਰਜਨ ਆ ਹਾਲੇ ਤੱਕ ਸਿਰਫ 6-7 ਦੇਸ਼ਾਂ 'ਚ ਹੀ ਮਿਲਿਆ। ਉਹਦੇ 'ਚ ਅਮਰੀਕਾ ਹੈ, ਜਾਪਾਨ ਹੈ, UK ਹੈ, ਭਾਰਤ ਹੈ, ਨੇਪਾਲ ਹੈ, ਪੁਰਤਗਾਲ ਹੈ ਤੇ ਸਵਿਟਜ਼ਰਲੈਂਡ ਹੈ। ਪਰ ਫੇਰ ਵੀ ਚਾਹੇ ਥੋੜੀ ਗਿਣਤੀ 'ਚ ਮਿਲਿਆ, ਕੇਂਦਰ ਸਰਕਾਰ ਨੇ ਕਿਹਾ ਹੈ ਉਹਨਾਂ ਸਟੇਟਾਂ ਨੂੰ ਕਿ ਤੁਸੀਂ ਅਲਰਟ ਤੇ ਆ ਜਾਓ, ਪਰ ਟੀਕਾਕਰਨ ਨੂੰ ਜਿਹੜਾ ਆ ਉਹ ਰਿਕਾਰਡ ਦੇ ਤੌਰ ਤੇ ਨਾ ਵਰਤ ਕੇ ਰੈਗੂਲਰ ਉਹਨੂੰ ਤੇਜ਼ ਕਰਨ ਦੀ ਲੋੜ ਆ, ਤਾਂ ਜੋ ਇਹ ਜਿਹੜੀ ਮਹਾਮਾਰੀ ਦੇ 2 ਇਹਦੀਆਂ ਲਹਿਰਾਂ ਅਸੀਂ ਝੱਲ ਚੁੱਕੇ ਹਾਂ, ਤੀਜੀ ਨਾ ਝੱਲਣੀ ਪਵੇ। ਤੇ ਇੱਕ ਗੱਲ ਹੋਰ ਸਾਹਮਣੇ ਆਈ ਆ ਕਿ ਸਤੰਬਰ ਤੋਂ ਬੱਚਿਆਂ ਨੂੰ ਟੀਕੇ ਜਿਹੜੇ ਆ ਉਹ ਲੱਗਣੇ ਸ਼ੁਰੂ ਹੋ ਜਾਣਗੇ। ਜੀ। ਮੁੱਦੇ ਹਾਲੇ ਤੱਤੇ ਮੇਰੇ ਕੋ ਹੋਰ ਵੀ ਬੜੇ ਨੇ, ਪਰ ਸਮਾਂ ਪ੍ਰੋਗਰਾਮ ਦਾ ਖਤਮ ਹੋ ਗਿਆ। ਬਿਲਗਾ ਜੀ ਸ਼ਰਮਾ ਜੀ, ਸਟੂਡੀਓ ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।